ਭਾਰਾ ਤੁਰਕ ਦੁਸ਼ਟ ਸਭ ਸ਼ੈ ਕੀਏ, ਹਰ ਨਾਮ ਉਚਾਰਾ। ਯੋਂ ਉਪਜੇ ਸਿੰਘ ਭੁਜੰਗੀਏ, ਨੀਲ ਅੰਬਰ ਧਾਰਾ। ਤਿਨ ਆਗੇ ਕੋਈ ਨਾ ਠਹਿਰਿਓ, ਭਾਗੇ ਸਿਰਦਾਰਾ। ਤਹ ਰਾਜੇ ਸ਼ਾਹ ਅਮੀਰੜੇ, ਹੋਏ ਸਭ ਸ਼ਾਰਾ। ਤਬ ਸੁਣ ਕਰ ਐਸੀ ਧਮਕ ਕੋ, ਗਮ ਕੰਪੈ ਗਿਰ ਭਾਰਾ। ਤਬ ਸਭ ਧਰਤੀ ਹਲ ਚਲ ਪਈ, ਛਾਡੇ ਘਰ ਬਾਰਾ। ਤੈ ਬਿਨ ਸਤਿਗੁਰ ਕੋ ਹੈ ਨਹੀਂ, ਭੈ ਕਾਟਣ ਹਾਰਾ। ਗਹਿ ਐਸੇ ਖੜਗ ਦਿਖਾਇਨ, ਹੋ ਸਕੈ ਨਾ ਝੇਲਾ। ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹਉ ਕਰੋ ਨਿਵਾਸ। ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹੀਅਤ ਬਿਰਦ। ਹਉ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੂੰਦੇਰੋ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨਾਇਕ ਨਯਨ। ਪੂਰਨ ਪ੍ਰੇਮ ਪ੍ਰਤੀਤ ਸਜੈ, ਮ੍ਰਤ ਗੋਰ ਮੜੀ ਮਟ ਭੂਲ ਨ ਮਨ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ। ਪੂਰਨ ਜੋਤ ਜਗੈ ਘਟ ਮੈਂ, ਤਵ ਖਾਲਸ ਤਾਹੇ ਨ ਖਾਲਸ ਜਾਨੈ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਗਹਿ ਵਿਪਰਨ ਕੀ ਰੀਤ, ਤੋ ਮੈਂ ਨਾ ਕਰੂੰ ਇਨਕੀ ਪ੍ਰਤੀਤ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਗੁਰ ਸਿੱਖ ਰਹਿਤ ਸੁਣੋ ਹੈ ਮੀਤ, ਪ੍ਰਭਾਤੇ ਉੱਠ ਕਰ ਹਿਤ ਚੀਤ। ਵਾਹਿਗੁਰੂ ਫੁਨ ਮੰਤਰ ਸੋ ਜਾਪ, ਕਰ ਇਸ਼ਨਾਨ ਪੜ੍ਹੈ ਜਪ ਜਾਪ। ਸੰਧਿਆ ਸੁਨੈ ਸਮੈ ਸੁਨੈ ਰਹਿ ਰਾਸ, ਕਥਾ ਕੀਰਤਨ ਸੁਨੈ ਹਰਿ ਜਾਸ। ਇਨ ਮੈਂ ਨੇਮ ਜੋ ਏਕ ਨਿਭਾਏ, ਸੋ ਸਿੱਖ ਅਮਰਾਪੁਰੀ ਕੋ ਜਾਏ। ਗਰੀਬ ਨਵਾਜ ਪਦ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ। ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ। ਅਕਾਲ ਪੁਰਖ ਸ਼੍ਰੀ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਜੋਤ ਸਰੂਪ, ਚਾਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ
ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਦੇ ਹੋਏ ਦਾਸ ਨੂੰ ਮਿਥੇ ਹੋਏ ਸਮੇਂ ਦੌਰਾਨ ਆਪ ਜੀ ਦੀ ਸੇਵਾ ਵਿੱਚ ਕੁਝ ਅਰਜ਼ਾਂ ਬੇਨਤੀਆਂ ਕਰਨ ਦੀ ਇਜਾਜ਼ਤ ਬਖਸ਼ਿਸ਼ ਕਰੋ। ਗੱਜ ਕੇ ਉਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸਾਖੀ ਦਾ ਜੋ ਤਿਉਹਾਰ ਹੈ, ਵਿਸਾਖੀ ਦਾ ਦਿਨ ਹੈ, ਇਸ ਦਿਨ ਦੇ ਨਾਲ ਖਾਲਸਾ ਪੰਥ ਦਾ, ਸਿੱਖ ਕੌਮ ਦਾ, ਸਿੱਖ ਧਰਮ ਦਾ, ਗੁਰੂ ਨਾਨਕ ਪੰਥੀਆਂ ਦਾ ਬਹੁਤ ਗੂੜਾ ਸੰਬੰਧ ਹੈ। ਭਾਵੇਂ ਕਿ ਪੰਜਾਬ ਦੀ ਧਰਤੀ ਤੇ ਵਿਸਾਖੀ ਦਾ ਮੇਲਾ ਲੋਕ ਮਨਾਇਆ ਕਰਦੇ ਸਨ ਪਹਿਲਾਂ ਹੀ, ਕਿਉਂਕਿ ਖਾਸ ਕਰਕੇ ਕਣਕ ਦੀ ਫਸਲ ਇਹਨਾਂ ਦਿਨਾਂ 'ਚ ਪੱਕਦੀ ਹੈ ਔਰ ਕੁਛ ਵੇਲ ਦੇ ਦਿਨ ਹੁੰਦੇ ਹਨ ਤੇ ਲੋਕ ਫਸਲ ਪੱਕੀ ਘਰ ਆਉਣ ਦੀ ਖੁਸ਼ੀ 'ਚ, ਅਨਾਜ ਪ੍ਰਾਪਤ ਹੋਣ ਦੀ ਖੁਸ਼ੀ 'ਚ ਇਹ ਕਈ ਪ੍ਰਕਾਰ ਦੇ ਤਰੀਕਿਆਂ ਨਾਲ ਵਿਸਾਖੀ ਦਾ ਦਿਹਾੜਾ ਮਨਾਇਆ ਕਰਦੇ ਸਨ। ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ ਵਿਸਾਖੀ ਮਨਾਉਣੀ ਇਸ ਤਰ੍ਹਾਂ ਆਰੰਭ ਹੋਈ ਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਭਾਈ ਪਾਰੋ ਜੀ ਪਰਮਹੰਸ, ਉਹਨਾਂ ਨੂੰ ਖਿਤਾਬ ਮਿਲਿਆ ਹੋਇਆ ਸੀ ਗੁਰੂ ਘਰ ਚੋਂ। ਉਹ ਡੱਲੇ ਨਗਰ ਦੇ ਸੀ, ਸੁਲਤਾਨਪੁਰ ਲੋਧੀ ਦੇ ਨਜ਼ਦੀਕ ਡੱਲਾ ਪਿੰਡ ਹੈ। ਉਸ ਨਗਰ ਦੇ ਬਹੁਤ ਉੱਚ ਕੋਟੀ ਦੇ ਗੁਰਮੁਖ ਪਿਆਰੇ ਸਿੱਖਾਂ ਦੇ ਨਾਮ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਵਿੱਚ 72 ਸਿੱਖਾਂ ਦੇ ਨਾਮ ਉਸ ਨਗਰ ਨਿਵਾਸੀਆਂ ਦੇ ਲਿਖੇ ਨੇ। ਸਾਰੇ ਬੜੇ ਭਗਤੀ ਵਾਲੇ, ਸਿਮਰਨ ਵਾਲੇ ਸਨ। ਉਹ ਨਗਰ ਹੀ ਸਤਿਗੁਰਾਂ ਤੋਂ ਵਰਸਾਇਆ ਹੋਇਆ। 6ਵੇਂ ਪਾਤਸ਼ਾਹ ਦਾ ਇੱਕ ਵਿਆਹ ਉਸ ਨਗਰ 'ਚ ਹੋਇਆ ਸੀ। ਭਾਈ ਨਾਰਾਇਣ ਦਾਸ ਦੀ ਸੁਪੁੱਤਰੀ ਬੀਬੀ ਦਮੋਦਰੀ ਜੀ, ਜੋ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਬਣੇ, ਇਹਨਾਂ ਦੇ ਸਾੜੀ ਜੀ ਬੀਬੀ ਰਾਮੋ ਜੀ ਤੇ ਸਾਂਢੂ ਸਾਈਂ ਦਾਸ ਜੀ, ਜੋ ਡਰੋਲੀ ਨਗਰ ਦੇ ਸਨ, ਜਿਹਨੂੰ ਅੱਜ ਕੱਲ੍ਹ ਭਾਈ ਕੀ ਡਰੋਲੀ ਮਾਲ ਵਿੱਚ ਕਿਹਾ ਜਾਂਦਾ। ਸੋ ਕਹਿਣ ਤੋਂ ਮੁਰਾਦ ਕਿ ਇਸ ਨਗਰ ਵਿੱਚ ਸਤਿਗੁਰੂ ਮਹਾਰਾਜ ਦੇ ਬੇਅੰਤ ਵਾਰੀ ਚਰਨ ਪਏ ਸਨ ਤੇ ਬੜੇ ਗੁਰਮੁਖ ਪਿਆਰੇ ਇਸ ਨਗਰ ਦੇ ਸਨ। ਇਹਨਾਂ ਵਿੱਚੋਂ ਸ਼੍ਰੋਮਣੀ ਸਿੱਖ ਸਨ ਭਾਈ ਪਾਰੋ ਪਰਮਹੰਸ। ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕੀਤੀ ਇੱਕ ਦਿਨ ਕਿ ਸਤਿਗੁਰੂ ਜੀ, ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਹੁਣ ਤੱਕ ਦੀਆਂ ਸਿੱਖ ਸੰਗਤਾਂ ਦੂਰ ਦੁਰਾਡੇ ਦੇਸ਼ ਦੇਸ਼ਾਂਤਰਾਂ 'ਚ, ਇਲਾਕਿਆਂ 'ਚ ਵਸਦੀਆਂ ਹਨ। ਆਪ ਜੀ ਦੇ ਦਰਸ਼ਨਾਂ ਨੂੰ ਗਾਹੇ ਬਗਾਹੇ ਸਿੱਖ ਸੇਵਕ ਆਉਂਦੇ ਰਹਿੰਦੇ ਨੇ। ਕੋਈ ਕਦੋਂ ਆਉਂਦਾ ਹੈ, ਕੋਈ ਕਦੋਂ ਆਉਂਦਾ। ਗੁਰਸਿੱਖਾਂ ਦਾ ਆਪਸ ਵਿੱਚ ਜੋੜ ਮੇਲ ਨਹੀਂ ਬਣਦਾ। ਆਪ ਜੀ ਕਿਰਪਾ ਕਰੋ, ਇਹ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਦਾ ਤੋਰਿਆ ਹੋਇਆ ਪੰਥ ਹੈ, ਸਿੱਖੀ ਪੰਥ ਹੈ, ਇਸ ਨੂੰ ਜਥੇਬੰਦ ਕਰਨ ਵਾਸਤੇ ਮਹਾਰਾਜ ਜੀ ਗੁਰਸਿੱਖਾਂ ਦਾ ਆਪਸ ਵਿੱਚ ਮੇਲ ਮਿਲਾਪ ਕਰਾਉਣ ਲਈ ਕੋਈ ਦਿਨ ਨਿਯਤ ਕਰੋ ਜਿਸ ਦਿਨ ਸਾਰੀਆਂ ਸਿੱਖ ਸੰਗਤਾਂ ਆਪ ਦੀ ਹਜ਼ੂਰੀ 'ਚ ਇਕੱਤਰ ਹੋਇਆ ਕਰਨ। ਤਾਂ ਗੁਰੂ ਅਮਰਦਾਸ ਮਹਾਰਾਜ ਨੇ ਮੁਸਕਰਾ ਕੇ ਕਿਹਾ ਸੀ, ਭਾਈ ਪਾਰੋ ਜੀ, ਤੁਸੀਂ ਬੜਾ ਪਰਉਪਕਾਰ ਚਿਤਵਿਆ ਹੈ। ਫਿਰ ਸਤਿਗੁਰੂ ਮਹਾਰਾਜ ਨੇ ਇਹ ਵਿਸੋਏ ਦਾ ਦਿਨ, ਵਿਸਾਖੀ ਦੇ ਦਿਨ ਨੂੰ ਵਿਸੋਏ ਦਾ ਦਿਨ ਵੀ ਕਿਹਾ ਜਾਂਦਾ। ਜਿਵੇਂ ਭਾਈ ਗੁਰਦਾਸ ਨੇ ਲਿਖਿਆ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਗੁਰੂ ਦੇ ਸਿੱਖਾਂ ਘਰ ਨਿਤ ਕੀਰਤਨ ਹੁੰਦਾ ਹੈ। ਨਿਤ ਵਿਸਾਖੀ ਦਾ ਦਿਨ ਹੈ, ਵਿਸਾਖੀ ਦਾ ਜੋੜ ਮੇਲਾ ਸਮਝ ਲਓ। ਔਰ ਇਸ ਪ੍ਰਕਾਰ ਸਤਿਗੁਰੂ ਜੀ ਨੇ ਵਿਸਾਖੀ ਦਾ ਦਿਨ ਮਨਾਉਣਾ ਗੋਇੰਦਵਾਲ ਸਾਹਿਬ ਸ਼ੁਰੂ ਕੀਤਾ ਸੀ। ਫਿਰ ਸਮੇਂ ਨਾਲ ਜਿੱਥੇ ਸਤਿਗੁਰੂ ਨਿਵਾਸ ਰੱਖਦੇ ਰਹੇ, ਜਿਵੇਂ ਅੰਮ੍ਰਿਤਸਰ ਸਾਹਿਬ ਵੀ ਬਹੁਤ ਸਮਾਂ ਵਿਸਾਖੀ ਮਨਾਈ ਜਾਂਦੀ ਰਹੀ। ਫਿਰ ਜ਼ਿਲ੍ਹਾ ਜਲੰਧਰ 'ਚ ਦੁਆਬੇ 'ਚ ਕਰਤਾਰਪੁਰ ਨਗਰ ਵਿਖੇ ਵੀ, ਫਿਰ ਕੀਰਤਪੁਰ ਸਾਹਿਬ ਵੀ ਸਤਿਗੁਰੂ ਮਹਾਰਾਜ ਵਿਸਾਖੀ ਦਾ ਜੋੜ ਮੇਲਾ ਕਰਿਆ ਕਰਦੇ। ਫਿਰ ਆਨੰਦਪੁਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕਰਨੀ ਸੀ।
और इस तो पहला सतगुरु जी ने विचार के कि अगां असीं 11वां जामा नहीं धारण करना, तो जो गुरु नानक देव महाराज ने चलाया ये सिੱਖੀ पंथ है, मिशन है, जो गुरमत सिद्धांत है सदा वास्ते दुनिया में चलता रखना, इस ख्याल नूं करके सतगुरु महाराज ने बहुत लंबी सोच विचार तो बाद जो अकाल पुरख परमात्मा की आग्ञा सी, क्योंकि बचन हम के खालसा अकाल पुरख की फौज प्रगट्यो खालसा परमात्मा की मौज। सतगुरु जी ने सारिਆਂ ਨੂੰ परखिया, पहला ब्राह्मण 4 युगों तो गुरु कहाउंदे आ रहे सी, उन्हों की परख भी सतगुरां ने की, और होर जिहड़े सी जोगी जंगम सरेवड़े सारिਆਂ ਨੂੰ परखिया। सतगुरु जी ने किसी मत मतांतर विच मुकम्मलता पूर्णता नजरी नहीं आई। गुरु नानक देव महाराज का जिहड़ा घर सी, इस विच मुखिए बनाए हुए सी मसंद लोग, तो सतगुरु महाराज ने अपने घर का भी सुधार किया, अपने घर नूं भी सुधारिया। मसंद इस समय तक बहुत बिगड़ चुके सी। चौथे पातशाह ने मसंद प्रथा शुरू की सी। मसंद का अर्थ है मसंद, गद्दी उपर बैठ के उपदेश सुनाउण वाला सिख। ते मसंद लोग जिहड़े सन हुण अपने असल किरदार तो गिर के गुरसिखां नूं धमकियां दे के जोरा जबरी धन बटोरन लगे, और वो धन गुरु घर जमा नहीं सी कराउंदे, बहुत ज़्यादा भ्रष्टाचार करन लगे, करप्शन करन लगे, हेराफेरियां करन लगे गुरु महाराज नाल भी। और फिर ये नशे आदिकां दे भी कई मसंद आदि हो चुके सन, भैड़े कर्मां च प्रवृत्त हो गए, और भंडा ने मसंदा की नकल बना के भी दसम पातशाह के सामने पेश की एक दिन। तो सतगुरु महाराज के घर च एक खेड ऐसी वापरी कि काबल तो एक सिख जिसके कोल दसवंध की माया जमा हुई सी, उन्हें जड़ाऊ कड़ियां का जोड़ा बना के माता जी वास्ते, माता गुजर कौर जी वास्ते चेतो नां दा मसंद सी सारिਆਂ चों मुखी, इसनूं दिता गया गुरु घर च मेरी भेटा जमा करा दो, क्योंकि मसंदा का एक कर्म सी संगतां कोलों कार भेटा गराह के गुरु घर लिया के जमा कराउणी। इन्हां दे गुजारे वास्ते गुरु घर च उन्हां नूं सरोपे दे नाल माया दित्ती जांदी सी परिवार दे गुजारे लई, नाल गुरु घर दा गुरमत गुरसिੱਖੀ दा प्रचार करन दी इन्हां दी ड्यूटी सी। पर क्योंकि बिगड़ चुके सन चेतो तो खास तौर पर बिगड़िया होया सी, इन्हें जड़ाऊ कड़े अपने घर च लुका ले। कुदरती सबब बन गया, संगत आई काबल वालों ते वह सिख भी संगत दे विच आ गए। चेतो मसंद गुरु घर च सी उस वेले आनंदपुर साहब, इन्हें उस सिख नूं पछाण लिया ते पापियां दे पाप कंबण लग जांदे ने। इस तरह चेतो का अंदरला पाप कंबिया भी मैं तो कड़े जमा नहीं कराए तोशेखाने, किते सिख गुरु साहब नूं दस ना दे भी मैं कड़े भेजे सी जिन्हां 'च हीरे जड़े हुए सी। तो इस तरह इन्हें चौबदार नूं जिहड़ा पहरेदार सी मूहरे दरवाजे ते खलोता, उन्होंने कहता भी वो जिहड़ा सिख तुरिया आउंदा उन्होंने गुरु महाराज की हजूरी च जाण की आग्या नहीं है, सतगुरां ने मना किया इहनूं रोक देना। हुण मसंदां दी उहनूं चलदी सी और मनना पैना सी बचन। चौबदार ने उस काबली सिख नूं रोक दिता कि तैनूं गुरु महाराज की हजूरी जाण की आग्या नहीं है। सिख पिछा मुड़ गया और आनंदपुर साहब के बाहर वार एक रुख के नाल ढोल आके बैठा विराग करन लगा, रोन लगा कि मना खबरे तेरे किहड़े पाप अगे आ गए हैं, एडी दूरों चल के भी आया पर सतगुरु महाराज ने तेनों दर्शन नहीं दिता, मना करता भी साड़ी हजूरी च नहीं आ सकता, और विराग करी जाता, रोई जाता कि मैनू पता नहीं लगा भी की गल सतगुरां ने दर्शन क्यों नहीं दिते। हुण सतगुरु महाराज घट घट के अंतर की जानत हन। सच्चे पातशाह ने हजूरी विचों सिख भेजिया, जा सिखा आनंदपुर साहब के बाहर वार इस दिशा नूं जाई, उत्थे रुख दे नाल ढोल आ के इहो जे लिबास वाला एक सिख बैठा रोंदा है, आ उसका नाम है, उसनूं सद के लाया, जे कोई रोके तो रुकी नहीं साढ़े पास पहुँचाना उसनूं। और सिख गया हजूरी सेवादार जाके उन्हें भाल की, लभ के लै आंदा सिख नूं
ਚੋਬਦਾਰ ਨੇ ਫਿਰ ਅੱਗੇ ਸੋਟਾ ਕੀਤਾ, ਚੋਬ ਕੀਤੀ ਕਿ ਇਸ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ। ਹਜ਼ੂਰੀ ਸੇਵਾਦਾਰ ਨੇ ਕਿਹਾ ਵੀ ਕਿਸ ਨੇ ਮਨਾ ਕੀਤਾ? ਕਹਿੰਦੇ ਜੀ ਚੇਤੋ ਸਾਹਿਬ ਸੁਨੇਹਾ ਦੇ ਗਏ ਵੀ ਗੁਰੂ ਮਹਾਰਾਜ ਦੀ ਆਗਿਆ ਨਹੀਂ ਆਉਣ ਦੇਣਾ। ਤਾਂ ਉਸ ਵੇਲੇ ਕਿਹਾ ਮੈਂ ਚੇਤੋ ਦੇ ਮਾਲਕ ਦੀ ਆਗਿਆ ਨਾਲ ਇਸ ਨੂੰ ਲੈ ਕੇ ਆਇਆ। ਫਿਰ ਚੋਬਦਾਰ ਰੋਕ ਨਹੀਂ ਸੀ ਸਕਦਾ। ਹਜ਼ੂਰੀ ਸੇਵਾਦਾਰ ਉਸ ਕਾਬਲੀ ਸਿੱਖ ਨੂੰ ਲੈ ਕੇ ਸਤਿਗੁਰਾਂ ਦੇ ਸਾਹਮਣੇ ਪਹੁੰਚਾ। ਤਾਂ ਜਿਸ ਵੇਲੇ ਉਸ ਕਾਬਲੀ ਸਿੱਖ ਨੇ ਮੱਥਾ ਟੇਕਿਆ, ਸਤਿਗੁਰਾਂ ਨੂੰ ਨਮਸਕਾਰ ਕੀਤੀ, ਤਾਂ ਹਜ਼ੂਰ ਕਹਿਣ ਲੱਗੇ ਸਿੱਖਾ ਕਿੱਥੋਂ ਆਇਆ? ਕਹਿਣ ਲੱਗਾ ਜੀ ਕਾਬਲ ਚੋਂ ਆਇਆ ਹਾਂ। ਤਾਂ ਮਹਾਰਾਜ ਕਹਿਣ ਲੱਗੇ ਏਡੀ ਦੂਰੋਂ ਚੱਲ ਕੇ ਆਇਆ, ਸਾਡੇ ਵਾਸਤੇ ਕੀ ਭੇਟਾ ਲਿਆਇਆ? ਤਾਂ ਉਹ ਸਿੱਖ ਕਹਿਣ ਲੱਗਾ ਮਹਾਰਾਜ ਮੈਂ ਗਰੀਬ ਕੀਟ ਸਿੱਖ ਆਪ ਜੀ ਨੂੰ ਕੀ ਦੇ ਸਕਦਾ ਹਾਂ? ਸਤਿਗੁਰੂ ਕਹਿੰਦੇ ਨਹੀਂ ਸਿੱਖਾ, ਇਹ ਸਿੱਖ ਪੰਥ ਵਿੱਚ ਵਿਧਾਨ ਹੈ, ਜਦੋਂ ਗੁਰੂ ਦੇ ਦਰਸ਼ਨਾਂ ਨੂੰ ਜਾਈਏ ਤੇ ਖਾਲੀ ਹੱਥ ਨਹੀਂ ਜਾਈਦਾ ਔਰ ਕੁਝ ਨਾ ਕੁਝ ਹੱਥ 'ਚ ਲੈ ਕੇ ਜਾਈਦਾ। ਤੂੰ ਕੁਝ ਨਾ ਲੈ ਕੇ ਨਹੀਂ ਆਇਆ, ਕੀ ਗੱਲ ਦੱਸ? ਫਿਰ ਉਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੀ ਦਸਵੰਧ ਦੀ ਮਾਇਆ ਜਿੰਨੀ ਕੁ ਦਾਸ ਕੋਲ ਜਮ੍ਹਾਂ ਸੀ, ਮੇਰੇ ਮਨ ਅੰਦਰ ਇਹ ਭਾਵਨਾ ਪੈਦਾ ਹੋਈ ਕਿ ਮਾਤਾ ਜੀ ਵਾਸਤੇ ਕੜੇ ਬਣਵਾਵਾਂ। ਮੈਂ ਹੀਰਿਆਂ ਦੀ ਜੜਤਕਾਰੀ ਕਰਵਾ ਕੇ ਕਾਰੀਗਰ ਦੇ ਕੋਲੋਂ ਬੜੇ ਸੋਹਣੇ ਕੜੇ ਬਣਵਾ ਕੇ ਭਾਈ ਚੇਤੋ ਮਸੰਦ ਦੇ ਹੱਥ ਭੇਜ ਦਿੱਤੇ ਸਨ। ਆਪ ਦੇ ਪਾਸ ਪਹੁੰਚ ਗਏ ਹੋਣਗੇ, ਮੈਂ ਉਹੀ ਸਿੱਖ ਹਾਂ। ਹਜ਼ੂਰ ਕਹਿਣ ਲੱਗੇ ਵੀ ਸਾਨੂੰ ਤਾਂ ਕੜੇ ਅਜੇ ਤੱਕ ਵਿਖਾਏ ਨਹੀਂ ਗਏ। ਚੇਤੋ ਵੀ ਉੱਥੇ ਖੜਾ ਸੀ। ਮਹਾਰਾਜ ਕਹਿਣ ਲੱਗੇ ਚੇਤੋ ਦੱਸ ਇਹ ਸਿੱਖ ਕੀ ਕਹਿੰਦਾ? ਕਹਿਣ ਲੱਗਾ ਜੀ ਇਹਨੂੰ ਭੁਲੇਖਾ ਲੱਗਾ ਹੋਵੇਗਾ, ਹੋਰ ਕਿਸੇ ਨੂੰ ਦਿੱਤੇ ਹੋਣਗੇ, ਮੈਨੂੰ ਇਸ ਨੇ ਨਹੀਂ ਦਿੱਤੇ, ਮੁੱਕਰ ਗਿਆ। ਮਹਾਰਾਜ ਕਹਿਣ ਲੱਗੇ ਚੇਤੋ ਜੇ ਕੜੇ ਤੈਨੂੰ ਪਸੰਦ ਆ ਗਏ, ਜੇ ਤੇਰਾ ਚਿੱਤ ਦਰਮਾ ਗਿਆ ਤਾਂ ਕੋਈ ਬਾਤ ਨਹੀਂ, ਸਿੱਖ ਦੀ ਸ਼ਰਧਾ ਪੂਰੀ ਕਰ ਦੇ, ਇੱਕ ਵਾਰੀ ਕੜੇ ਲਿਆ ਕੇ ਵਿਖਾ ਤਾਂ ਸਹੀ। ਜੇ ਤੇਰਾ ਚਿੱਤ ਕਰਦਾ ਕੜੇ ਰੱਖਣ ਨੂੰ ਘਰ ਵਿੱਚ ਤਾਂ ਲੈ ਜਾਈਂ, ਤੈਨੂੰ ਦੇ ਦਿਆਂਗੇ। ਕਹਿਣ ਲੱਗਾ ਇਸ ਨੀਚ ਕੀਟ ਸਿੱਖ ਦੇ ਆਖੇ ਲੱਗ ਕੇ ਮੇਰੀ ਮਸੰਦ ਦੀ ਬੇਅਦਬੀ ਕਰਦੇ ਹੋ। ਮਹਾਰਾਜ ਕਹਿਣ ਲੱਗੇ ਚੇਤੋ ਵੜਾ ਨਾ ਕਰ, ਸਾਡੇ ਨਾਲ ਛਲ ਨਾ ਕਰ, ਸਿੱਖ ਝੂਠ ਨਹੀਂ ਬੋਲ ਰਿਹਾ, ਕੜੇ ਲਿਆ ਕੇ ਵਿਖਾ। ਕਹਿਣ ਲੱਗਾ ਸਾਡੇ ਬਣਾਏ ਤੁਸੀਂ ਗੁਰੂ ਹੋ ਤੇ ਸਾਡੀ ਬੇਇੱਜ਼ਤੀ ਕਰ ਰਹੇ ਹੋ, ਅਸੀਂ ਨਾ ਹੋਈਏ ਤੁਹਾਨੂੰ ਕੌਣ ਮੰਨੇ? ਅਸੀਂ ਦੇਸ਼ਾਂ ਵਿਦੇਸ਼ਾਂ 'ਚ ਪ੍ਰਚਾਰ ਕਰਕੇ ਸੰਗਤਾਂ ਨੂੰ ਤੁਹਾਡੇ ਪਾਸ ਲਿਆਉਂਦੇ ਹਾਂ। ਇਹ ਹੰਕਾਰ ਸੇ ਦੇ ਅੰਦਰ ਹੰਕਾਰ ਸਿਰ ਚੜ੍ਹ ਬੋਲਿਆ। ਫਿਰ ਸਤਿਗੁਰੂ ਮਹਾਰਾਜ ਦੇ ਨੇਤਰਾਂ 'ਚ ਵੀਰ ਰਸ ਦੇ ਡੋਰੇ ਉਤਰ ਆਏ, ਨੇਤਰ ਲਾਲ ਹੋ ਗਏ ਤੇ ਹਜ਼ੂਰ ਕਹਿਣ ਲੱਗੇ ਚੇਤੋ ਹੁਣ ਮੈਂ ਤੈਨੂੰ ਦੱਸਾਂ ਕਿ ਮੈਨੂੰ ਭਲੇ ਬੁਰੇ ਦੀ ਪਛਾਣ ਹੈ ਕਿ ਨਹੀਂ? ਚੇਤੋ ਥੋੜਾ ਜਿਹਾ ਥੜਕਿਆ ਪਰ ਬਗਿਆ। ਹਜ਼ੂਰ ਕਹਿਣ ਲੱਗੇ ਅਜੇ ਵੀ ਵੇਲਾ ਹੈ, ਕੜੇ ਲਿਆ ਕਰੋ। ਕਹਿਣ ਲੱਗਾ ਤੁਸੀਂ ਮੇਰੀ ਸਾਡੀ ਬੇਇੱਜ਼ਤੀ ਕਰਦੇ ਹੋ ਇਸ ਕੀਟ ਦੇ ਆਖੇ ਲੱਗ। ਮਹਾਰਾਜ ਸਾਹਿਬ ਨੇ ਹਜ਼ੂਰੀ ਚੋਂ ਸੇਵਾਦਾਰ ਭੇਜਿਆ, ਸਿੱਖ ਭੇਜੇ, ਜਾਓ ਇਹਦੇ ਘਰ ਚਲੇ ਜਾਓ, ਉੱਪਰ ਚਵਾਰੇ ਚੜ੍ਹ ਜਾਓ, ਇੱਕ ਅਲਮਾਰੀ ਹੈ ਉਹ ਖੋਲ ਕੇ ਤੇ ਉਹਦੇ 'ਚ ਕੜੇ ਪਏ ਹੋਏ ਨੇ, ਜਾਓ ਸਿੱਖੋ ਲਿਆਓ। ਜਦੋਂ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਕਿਹਾ ਤੇ ਚੇਤੋ ਨੂੰ ਹੁਣ ਧਰਤੀ ਵੇਲ ਨਹੀਂ ਦਿੰਦੀ, ਪਰ ਬੱਲੇ ਬੋਲਿਆ ਅਜੇ ਵੀ ਨਹੀਂ, ਚਰਨੀ ਨਹੀਂ ਪਿਆ ਵੀ ਮੈਨੂੰ ਮਾਫ ਕਰ ਦਿਓ, ਵੱਡਾ ਬਣ ਬੈਠਾ। ਔਰ ਉਸ ਵੇਲੇ ਸਿੱਖ ਕੜੇ ਕੱਢ ਕੇ ਲਿਆਏ, ਹਜ਼ੂਰ ਨੂੰ ਵਿਖਾਏ। ਹਜ਼ੂਰ ਨੇ ਕਿਹਾ ਸਿੱਖਾ ਹੋਏ ਕੜੇ ਸਨ? ਉਹ ਕਾਬਲੀ ਸਿੱਖ ਕਹਿਣ ਲੱਗਾ ਹਾਂ ਮਹਾਰਾਜ ਇਹੀ। ਤਾਂ ਮਹਾਰਾਜ ਕਹਿੰਦੇ ਦੱਸ ਚੇਤੋ ਹੁਣ ਇਹ ਕੜੇ ਕਿੱਥੋਂ ਮਿਲੇ? ਫਿਰ ਬੋਲਦਾ ਨਹੀਂ ਆ, ਸਿਰ ਨੀਵੀਂ ਪਾਈ ਹੋਈ ਆ। ਹਜ਼ੂਰ ਨੇ ਕਿਹਾ ਹੁਣ ਫੜ ਲਓ ਇਸਨੂੰ। ਇਹਨੇ ਅੱਤ ਕੀਤੀ ਆ, ਪਕੜ ਕੇ ਤੇ ਛਿੱਤਰ ਮਾਰੋ ਇਹਦੇ ਸਿਰ ਵਿੱਚ, ਔਰ ਤੇਲ ਦਾ ਕੜਾਹਾ ਤਲੋ। ਹੁਣ ਇਹਨਾਂ ਨੂੰ ਤੇਲ ਦਾ ਕੜਾਹਾ ਤਾ ਕੇ ਤਲੀਏ ਇਹਨਾਂ ਨੂੰ, ਜੋ ਕੁਝ ਇਹਨਾਂ ਕੀਤਾ ਹੁਣ ਤੱਕ। ਫਿਰ ਇਸ ਤਰ੍ਹਾਂ 1100 ਮਸੰਦ ਇਤਿਹਾਸ ਦੱਸਦਾ ਕਿ ਸਤਿਗੁਰਾਂ ਨੇ ਸਾੜਿਆ। ਔਰ ਬਾਕੀ ਕੁਝ ਹੋਰ ਮਸੰਦ ਰਹਿੰਦੇ ਸੀ ਜਿਨ੍ਹਾਂ 'ਚ ਭਾਈ ਬਹਿਲੋ ਦੀ ਬੰਸ ਵਿੱਚੋਂ ਭਾਈ ਗੁਰਦਾਸ ਸਿੰਘ ਜੀ ਹੋਏ ਨੇ। ਬਾਅਦ 'ਚ ਅੰਮ੍ਰਿਤ ਛਕ ਕੇ ਸਿੰਘ ਨਾਮ ਪਿਆ, ਉਦੋਂ ਨਾਮ ਭਾਈ ਗੁਰਦਾਸ। ਇੱਕ ਭਾਈ ਗੁਰਦਾਸ ਤੀਜੇ ਪਾਤਸ਼ਾਹ ਦੇ ਭਤੀਜਾ ਜੀ ਹੋਏ ਨੇ, ਜਿਨ੍ਹਾਂ ਦੀਆਂ 40 ਵਾਰਾਂ ਹਨ। 41ਵੀਂ ਵਾਰ ਇਹ ਭਾਈ ਗੁਰਦਾਸ ਇਸ ਦੀ ਹੈ। ਭਾਈ ਬਹਿਲੋ ਦਾ ਪੋਤਰਾ ਸੀ ਭਾਈ ਗੁਰਦਾਸ। ਭਾਈ ਬਹਿਲੋ 5ਵੇਂ ਪਾਤਸ਼ਾਹ ਦਾ ਸਿੱਖ ਹੋਇਆ, ਜਿਹਨੂੰ ਖਿਤਾਬ ਮਿਲਿਆ ਸੀ ਭਾਈ ਬਹਿਲੋ ਸਭ ਤੋਂ ਪਹਿਲਾਂ। ਉਹਦਾ ਪੋਤਰਾ ਸੀ ਭਾਈ ਗੁਰਦਾਸ। ਉਹਨੇ 41ਵੀਂ ਵਾਰ ਰਚੀ ਸੀ ਵਹਿ ਪ੍ਰਗਟਿਓ ਮਰਦ ਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਇਹ ਉਹ ਵਾਰ ਹੈ। ਔਰ ਭਾਈ ਗੁਰਦਾਸ ਪਹਿਲੇ ਭੱਲੇ ਦੀਆਂ ਵਾਰਾਂ ਦੇ ਨਾਲ ਹੀ ਇਸ ਵਾਰ ਨੂੰ ਸ਼ਾਮਲ ਕਰਕੇ ਇਕੱਠੀ ਪੋਥੀ ਛਪਾਈ ਜਾਂਦੀ। ਉਸ ਤੋਂ ਬਾਅਦ ਇਸ ਪ੍ਰਕਾਰ ਫਿਰ ਉਹ ਭਾਈ ਬਹਿਲੋ ਦੀ ਬੰਸ ਦੇ ਭਾਈ ਗੁਰਦਾਸ ਨੇ ਵਾਰ ਰਚੀ
एक भाई फेरू होया और वो पहला फेरियां ला के ते घ्यो आदि वेचा करदा सी। भाई भगतू दी संगत द्वारा सतगुरां दी शरण च आके भाई फेरू ने गुरसिੱਖੀ गुरमत का बड़ा प्रचार किया। ये भाई फेरू वाल जदों गए सिख ते तू भी गुरु का मसंद आ, तेरे बारे शिकायत आ, तू बड़ा चिर होया संगतां वालों दित्ती कार भेटा गुरु के तोशे खाने कदे जमा नहीं कराई। तो भाई फेरू अपनी दाढ़ी आप फड़ के सतगुरां दे दरबार च पेश होया। तो हजूर ने कहा, दस भाई फेरू तेरी शिकायत है, तू अजे तक गुरु घर माया नहीं जमा करवाता रहा कई सालों तो। उसने कहा, दाता जी मैं आप जी के मुखारबिंद तो वचन सुनिया सी कि मैं संगत में वसदा हाँ, संगत की सेवा मेरी सेवा ही है। तुहाडा वचन पल्ले बन के जिन्नी संगतां नूं कार भेटा हुंदी सी मैं लंगर ला के छका दिंदा रहा संगतां नूं। मैं समझदा सी कि आप जे चरनां 'च पहुँच गई है। सतगुरु हस पे कहण लगे, सानूं पता भाई फेरू, ये दस फिर तू दाढ़ी क्यों फड़ के आया, तू तो कदे चोरी नहीं की। कहण लगा, जिस तरह के दूजे मसंद दोषी हैं इस तरह मेरा नाम भी भाई फेरू मसंद है, तो मैं भी गुरु के दा दोषी हाँ, इस करके दाड़ा फड़ के आया। हजूर कहण लगे, नहीं भाई फेरू दाढ़ी छड़ दे, भाई फेरू तेरी सच्ची दाढ़ी, भाई फेरू तेरी सेवा गाढ़ी, भाई फेरू जग तुलहा भारी, भाई फेरू तेरे तो सतगुर बलिहारी। ये चार बचन गुरु गोबिंद सिंह ने कहे। कहने लगे दाड़ा छड़ दो। और हजूर ने कहा, असीं हुण नहीं साड़ते मसंद, क्योंकि बीज नाश नहीं होया, सच्चाई का बीज इन्हां दे अंदर रह गया। भाई फेरू ते भाई गुरदास ने ये बीज रख लिया, पर असीं हुण सिख पंथ नूं प्योंद लावांगे, नवें सिरों प्योंद लावांगे। सिख का सीधा डायरैक्ट संबंध गुरु नाल अकाल पुरख नाल जोड़ांगे। और दसम पातशाह ने फिर पत्रिकावां लिख के भेजियां 1699 कि वसोए दे दिन विसाखी दे दिन, उदों विसाखी 30 मार्च नूं आई सी, जिहड़ा अंग्रेज़ां दा ईसवी कैलेंडर आ दे विच बाद च फर्क पाया गया, 2 दिन का एक बारी ते 11 दिनों का एक बारी। इस करके हुण विसाखी 13 या 14 अप्रैल नूं आउंदी है। उदों 30 मार्च 1699 की विसाखी सी। हजूर ने पत्रिकावां लिख के भेजियां, कोई भी गुरु नानक देव महाराज का सिख विसाखी के दिन अपने घर ना रहे, सारे आनंदपुर साहब चल के आओ, खास कम है सानू सिख पंथ नाल। और हजूर दसम पातशाह ने केसगढ़ साहब जो स्थान अजकल इत्थे एक टिब्बी सी, छोटी पहाड़ी सी, इस पहाड़ी के दुआले दीवान सजाया, संगतां एकत्र कीतियां। इस पहाड़ी के उपर आसा दी वार का कीर्तन होया। कीर्तन की समाप्ति तो बाद हजूर दसम पातशाह ने अपनी श्री साफ कृपान बेम्यानी की, म्यान चो कढ़ के मोढे उपर रखी हुई है। और हजूर का दर्शन तो पहला बड़ा प्रभावशाली सी, तेजमई सी, पर अज कोई नवा ही रंग सी हजूर के मुखारबिंद ते। लाल सुर्ख चेहरा सी, 20 रस विच आए हुए सी दसम पातशाह। ते हजूर ने कहा, सिख पंथ वास्ते एक सिर की लोड़ है। कोई गुरु का प्यारा जिहड़ा गुरु चरनां नाल प्रेम करदा, जिन्हों गुरु प्यारा लगता है, अपना सीस भेटा करो। और ये वचन सुन के संगत में सन्नाटा छा गया। और इस तरह फिर दूजा वचन किया, नीवियां पै गईयां। जो तीजा वचन किया तो दया राम जी खत्री लाहौर निवासी ये उठ के खड़े हुए और गल च पल्ला पा के बेनती की, सतगुरु जी क्षमा कर दो, जिस दिन आप दे चरणों च आके मत्था टेकिया सी, सिर तो उस दिन तो ही तुहाडा हो गया सी, पर मैं नकम्मा अपना समझ के बैठा रहा। तीजे वचन नाल उठिया, क्षमा कर दो, सीस दास दा हाजरा है, मेरा नहीं तुहाडा, जिथे लोड़ है वरतना है वरत लो। और अबुल तुरानी नां दा मुसलमान जो कि औरंगजेब वालों सूइया बना के भेजिया, तनख्वाहदार बंदा, जिसकी लिखत अलीगढ़ नां की यूनीवर्सिटी अज भी फारसी भाषा च लिखी हुई पई है। उसका तर्जमा इउं है, उसने लिखा, लोग तो कई सिख लिखारियां लिखता भी तंबू लाया हुआ सी जां अंदर बकरे बधे हुए सी। गुरु के प्यारिओ, बकरे बधे होने बारे कोई सबूत अजे तक नहीं मिला। पहली गल ये, क्योंकि कसवटी ते वचन पूरा नहीं उतरता। बकरे किस मंडी चों खरीदे सी 5, और किहड़े सिखां ने लिया के अंदर तंबू दे बधे,
जिन्हों ने अंदर तंबू के बकरे बन्ने से वो उठ के खड़े हो जाते भी वढ़ने तो बकरे ही आ। और इस प्रकार फिर किन्निया रुपइया के खरीदे सी, किहड़े रस्ते लियादे, कोई बचन सिद्ध नहीं कर सकिया। और दसम पातशाह का बचन है, हमू नरबायद शब्द सुखनवार, ना शिकमे दिगर दर्द हाने दिगर। जफरनामे चो औरंगजेब लिखते हैं, ऐ औरंगजेब असी मर्द उसनों मनते हाँ जिसके जो ढिड विच होवे वही मूँह ते होवे, जिहदे दिल विच कुछ होर ते मूँह ते कुछ होर होवे उन्होंने असी मर्द नहीं मनते। तू झूठियां सौहां खाधियां, कुरान शरीफ लिखी हुई सी पत्रे ते, उत्थे तेरे दस्तखत होए, तू झूठी कसम खाधी सी। तेरे पहाड़ी हिंदू राजियां ने आटे दियां गौवां बड़ा बड़ा कसमां खाधियां। तुहाडा ईमान दीन धर्म कोई नहीं, तुसी किसे रब नूं मनण वाले लोग नहीं हो, तुसी पैमान शिकन हो। मैं रब ते विश्वास रखदा सी, मैनूं पता सी कि तुसी कसमां झूठियां खाधियां, पर जे मैं रब दी नां दी खाधी कसम ते विश्वास ना करदा तो मैं भी झूठा हो जाना सी, क्योंकि मैं दीन धर्म परमात्मा दे विश्वास रखदा। इस करके मैं यकीन करके आनंदपुर साहिब दा किला छड्डिया। तुसी कसमां तोड़ के अपने दीन अमान धर्म नूं शिके टंग के मेरे मगर फौज चढ़ाई, पर मैं अजे भी चढ़दी कला विच हां। ये दसम पातशाह कहण लगे कि तेरी फौज विच कोई भी सानू मर्द नहीं दिसिया, सिर्फ एक बंदा जिहदा नाम नार खान सी, मलेरकोटली शेर मुहम्मद खान का सका भरा, उन्हें दमगजा मारिया सी कि गुरु गोबिंद सिंह नूं जां जिउंदा पकड़ के लियावांगा ਜਾਂ सिर कलम करके लियावांगा। शाबाश उसदे जे उन्हें गल कीती सी ते जुरत भी कीती साडी गढ़ी तक पहुँचण दी। वो पौड़ी ला के मेरी चमकौर की गढ़ी तक मेरे तक पहुँचण का उन्हें हिया किया। एक तीर मैं उन्होंने बख्श दिता ते सदा की नींद सवाता। एक होर सी तेरी फौज विच ख्वाजा मखदूम खां दा नाम सी, हजूर ने व्यंग नाल मरदूद लिखिया। मरदूद का अर्थ है कायर, गीदी, डरपोक, हिजड़ा, खुसरा। ये सतगुरु महाराज ने इस करके मरदूद लिखिया। उन्हें भी दमगजा मारिया सी, मैं गुरु गोबिंद सिंह नूं जिउंदा पकड़ के लियावांगा जां सिर कलम करके लियावांगा। जिन्हें दमगजा मारिया तो आउंदा मेरे सामने, पर आया नहीं। मेरी चमकौर की गढ़ी की कंध ओले लुक गया मेरी कलगी की लिश्क वेख के, और कंध ओले लुक लुक के भज के जाके उन्हें अपनी जान बचाई। काश ये मेरे सामने आउंदा तो एक तीर मैं अपने पत्थे चों उन्होंने भी बख्श दिंदा, पर मेरे सामने ना आ सकिया। तेरी लखां की फौज विचों कोई भी सूरमा नहीं सी जिहड़ा मेरे सामने आके खलोंदा। मेरे तीरां की वर्खा तो सारे डरते रहे कि गुरु गोबिंद सिंह का तीर खाली नहीं जाना, और इस करके सारे मेरी तीर अंदाजी तो घबराउंदे डरदे मेरे सामने ना आए। तो मैं 5 का जथा बाहर कढ़ के चमकौर की गढ़ी चों लड़ाया, तो इस तरह इस जंग में भी फतेह याबी हासिल की। मैं तेरी लखां की फौज नूं चीर के विचों दी लंघ के गया, 3 बारी नरसिंघा वजा के और पीरे हिंद मेहर वादे च बोल के। सो रव विचार दसम पातशाह जेड़े कि आप लिखते हैं कि मर्द वो जिहदे दिल विच ओह कुछ ते मुख ते भी ओह कुछ होए, जिहदे ढिड विच कुछ होर ते मूँह ते होर होवे। सो उसने अंदर बकरे नहीं सी बनाने। सिखां नूं कहंदा गुरु भी मैं सिर कलम करने हैं ते अंदर जाके बकरा वढ़ सुट। इहो जिहे गुरु ते यकीन करना चाहिए। इहो जिहा गुरु सच्चा हो सकता नहीं। खालसा पंथी नहीं झूठ फरेब छल दे उत्ते नहीं रखी हुई, सच ते रखी सिखां दे सिर कलम कीते ने। दूजे धर्म का बंदा अबुल तुरानी कहंदा मेरे सामने सिख का सिर उन्हें कल भरमा वार किया गुरु गोबिंद सिंह ने, ते कलम कर दिता सिख का सिर। फिर दूसरा सीस जिस वेले मंगिया तो उस वेले मसंद जिहड़े सी नित कुणका छकण वाले यानी ज्ञान सिंह ने लिखिया जो शकूए कुणके के भाग गए एक ठुणके के। वो दौड़ गए, पिछा नूं मुड़ मुड़ वेंदे सी, कदे ते दौड़े जाते सन। कुछ माता गुजरी जी पास गए कि तुहाडे लाल नूं हो गया, गुरु गोबिंद सिंह नूं कुछ हो गया जे गोबिंद राय नूं, अपना पोतरा अजीत सिंह छेती नाल गद्दी ते बिठा दिओ। जे इस तरह ही चलता रहा शामां तक सिख कोई जिउंदा नहीं जे छड्डना, सिखां दे सिर वढ़ण लग पे। और इस प्रकार दूजे बचन नाल हस्तिनापुरी दिल्ली इलाके दे भाई धर्मचंद जी जट्टां दे घर दा जन्म सी, तो उठ के खड़े हुए। तीजे बचन नाल भाई हिम्मत राय जगन्नाथपुरी तो आए हुए सी, उन्होंने अपना सीस अर्पण किया तो भी कलम किया गया। चौथे बचन नाल द्वारका निवासी शींबा मोहकम चंद उठिया, उसका भी सीस कलम किया। पंजवें बचन दे नाल साहिब राय बिदर दे वासी और नाई घराणे नाल संबंधित राजियां दी कुल दे विचों उन्होंने अपना सीस अर्पण किया। इस तरह हिंदुस्तान के वक्रे वक्रे कोनिया तो आए हुए 5 सिखां ने अपने सीस अर्पण किए।
और गुरु गोबिंद सिंह ने पंजां दे सीस कलम कीते। और फिर अबुल तुरानी लिखता है कि उस काफरां दे गुरु ने, हुण तक वो काफर लिख रहा सी, तो काफरां दे गुरु गोबिंद सिंह जी ने, गोबिंद राय जी ने फिर एक सुनहरा रखिया, ਉਹਦੇ ਉੱਪਰ कुंडियां तो बिना कढ़ाई मतलब बाटा रखिया, तो फिर ਉਹਦੇ ਵਿੱਚ ਉਹਨੇ जल पाया और जल पा के खंडा पकड़ के खंडा घुमाया ਤੇ ਨਾਲ ਉਹਨੇ ਕੋਈ कलाम पढ़े। और इस प्रकार 3-4 घड़ियां कलाम पढ़न तो बाद फिर माता अजीत कौर जी आए सी, उन्होंने पतासे विच पाए, उन्होंने हिस्सा विच पवाया गया। और फिर सच्चे पातशाह जी ने लिखदा अबुल तुरानी कि बड़ी हिकमत दे नाल गोबिंद राय जी ने सिर फड़ के धड़ा नाल जोड़े, और ये नहीं वेख्या किहड़ा धड़ किहड़े सिर दे नाल जोड़ना, इस तरह अभेदता की, सिर फड़ के जोड़े सिउं दिते। और फिर उस आबे हयात जिहड़ा कि अमृत तैयार होया सी उहदा छट्टा दिता, ते पंजे सुरजीत हो गए, मेरी अखां दे सामने खलो गए। और फिर गोबिंद राय जी ने नवें पोशाके उन्होंने पवाए, और जिहड़ा खून डुलिया आया सी वो जल दे नाल साफ कीता, और उन्होंने नवें चिट्टे रंग के वस्त्र पवाए पंजां प्यारियां नूं। और इंज प्रतीत हो रहा सी कि हुण 5 ते 6वें गुरु गोबिंद सिंह जी 6 गोबिंद राय खलोते हैं, और उन्होंने 5 ककारां दे धारनी बनाया। सतगुरां ने केस उन्हां दे पहलां ही सी, और ककार पहनाए, किरपाना कड़े कशहरे ते कंघे अर्पण कीते, बख्शिश कीते, उन्होंने धारण कराए। फिर दसम पातशाह ने उन्होंने 5-5 चोड़े अमृत छकाया, 5-5 नेत्रां च 5-5 सीस विच पाए। फिर उन्होंने रहत दृढ़ कराई और कुरैतां बारे दस्या, सारी मर्यादा समझा के दशमेश जी आप गल च पल्ला पा के फिर नीवीं जगह खलो गए, और उन्होंने तो अमृत की दात मंगी। उन्होंने कहा महाराज असीं सीस अर्पण कीते हैं, तुसीं की दोगे? दसम पातशाह ने कहा खालसा जी मेरा भी सीस हाजिर है, मैनू भी सिंह सजाओ। तो उस वेले पंजां ने कहा महाराज जी असीं सिख हां, असीं एक सीस दिता, तुसीं गुरु हो, तुसीं की दोगे? दसम पातशाह ने कहा मेरा वचन है इत्थे खलो के तुहाडे सामने कि अपना सारा सरबंस तुहाडे सिरां तो कुर्बान कर देंगे। और फिर उन्होंने अमृत उस तरह छकाया गया, उस तरह रहतां दसिया गई, रहतां बारे दसिया गया। इस प्रकार की खेड़ वापरी, और फिर सतगुरां दे सारे परिवार ने अमृतपान किया। फिर उस दिन वो लिखदा 80,000 का इकट्ठ, आम तौर पर जिहड़ी इकत्तरता नाल गौरमेंट सहमत ना होवे वो घटा के लिखी जाती है, पर फिर भी उसने 80,000 का इकट्ठ लिखा, ते भी लिखा कि उहदे विचों 20,000 प्राणियां ने उस दिन अमृतपान किया। 5 प्यारिਆਂ तो बाद ਜਿਹੜੇ अगाह 5 होर पहला नितरे कि महाराज सानू खिमा कर दिओ, असीं भरम गए सी, तो हजूर कहण लगे कोई नहीं तुसीं मेरे ही हो। उन्होंने 5 मुगतियां का खिताब दिता गया, भाई देवा सिंह, राम सिंह, टहल सिंह, ईश्वर सिंह ते फतेह सिंह, ये 5 मुगते होए पंथ विच। और उस तो बाद 5 ने जिन्ना फिर अगे हो गए सीस अर्पण करन लई कहा, उन्होंने 5 गुरमुखां का खिताब दिता गया। उदों बाद 5 सिखां नूं सन्मुखां का खिताब दिता गया। फिर होर बहुती गिणती सिख संगतां अगे आईयां, तां 20,000 नूं अमृतपान कराया गया उस दिन। इस प्रकार खालसा पंथ सच्चे पातशाह ने साजिया, और हजूर की कलम के नाल लिखिया होया उस ही साल का हुक्मनामा 26 जेठ 1756 बिक्रमी नूं 1699 ईस्वी च हजूर का काबल की संगत वाल लिखिया होया फरमान है, सरबत संगत काबल की गुरु रखेगा, तुसां उत्ते साडी खुशी है, तुसां गुरु गुरु जपना, तुसां खंडे दा अमृत 5 तो लैना, कछ कृपान दा विसाह करना नहीं, कड़ा सर्वलोह दा पैरना, और भादनी तथा कन्या मारन वाले से मेल न रखो, और मीणे मसंदिये राम राइये की संगत न बैसो। इस प्रकार भादनी तथा कन्या मारन वाले से मेल न रखो। इस प्रकार की सारी मर्यादा दोनों वक्त केसां की पालना कंघे सौ करनी, केस साडी मोहर है, ऐसे वचन दसम पातशाह की कलम नाल लिखे हुए ने। ते अजकल सिखां दे घर जम्मे वीर ये गल कह रहे हैं अमृत छकण की की लोड़ है भाई जी, मन साफ चाहिदा, आ केस दाड़ा रखण की की लोड़ है, केसां ते दाड़ी नूं किते डडे लगना ने, फलाणियां गल्लां कई तरह की टुचरबाजी बहानेबाजी ते इस प्रकार की हिकमतां घड़ के दसदे ने। असीं गुरु नानक देव महाराज दे सिखां दसम पातशाह दे सिंह नहीं असीं बनना,
ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ ਬਣਨ ਨੂੰ ਤਿਆਰ ਨਹੀਂ, ਗੁਰੂ ਨਾਨਕ ਸਾਹਿਬ ਵੀ ਉਹਨੂੰ ਪ੍ਰਵਾਨ ਨਹੀਂ ਕਰਨਗੇ। ਦਸਮ ਪਾਤਸ਼ਾਹ ਨੇ ਲਿਖਿਆ ਹੈ, ਭਿੰਨ ਭਿੰਨ ਸਭ ਹੂੰ ਕਰ ਜਾਨਾ, ਏਕ ਰੂਪ ਕਿਨ ਹੂੰ ਪਹਿਚਾਨਾ, ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਜਾਣੇ ਸਿੱਧ ਹਾਥ ਨਾ ਆਈ। ਭਾਵ ਜਿਨ੍ਹਾਂ ਨੇ ਦਸਾਂ ਗੁਰੂਆਂ ਦੇ ਵਿੱਚ ਅੰਤਰ ਸਮਝ ਲਿਆ, ਉਹ ਗੁਰੂ ਦੇ ਸਿੱਖ ਪ੍ਰਵਾਨ ਨਹੀਂ। ਹਜ਼ੂਰ ਲਿਖਦੇ ਨੇ, ਨਿਸ਼ਾਨੇ ਸਿੱਖੀ ਪੰਜ ਹਰਫਸਤ ਕਾਫ, ਹਰਗਿਜ਼ ਨਾ ਬਾਸ਼ਤ ਅਜ਼ੀ ਪੰਜ ਮੁਆਫ, ਕੜਾ ਕਾਰ ਦੋ ਕੱਛ ਕੰਗੇ ਬਿਦਾ, ਬਿਲਾ ਕੇਸ ਏਚ ਅਸਤ ਜੁਮਲੇ ਨਿਸ਼ਾਨ। ਫਾਰਸੀ ਭਾਸ਼ਾ ਦੇ ਬਚਨ ਨੇ, ਮੇਰੀ ਸਿੱਖੀ ਦੀਆਂ ਪੰਜ ਨਿਸ਼ਾਨੀਆਂ ਹਨ। ਕਾਫ, ਕੱਕੇ ਨੂੰ ਕਹਿੰਦੇ ਆ ਫਾਰਸੀ 'ਚ, ਕੱਕੇ ਅੱਖਰ ਦੀ ਥਾਂ ਕਾਫ ਹੁੰਦਾ। ਹਰਗਿਜ਼ ਨਾ ਬਾਸ਼ਤ ਜੀ ਪੰਜ ਮੁਆਫ, ਕੜਾ ਕਾਰ ਦੋ ਕਿਰਪਾਨ, ਕੱਛ ਤੇ ਕੰਗੇ ਬਿਦਾ, ਬਿਲਾ ਕੇਸ ਏਚ ਅਸਤ ਜੁਮਲੇ ਨਿਸ਼ਾਨ। ਔਰ ਪੰਜਵੀਂ ਰਹਿਤ ਕੇਸਾਂ ਦੀ। ਇਹਨਾਂ ਪੰਜਾਂ ਕਕਾਰਾਂ ਵਿੱਚੋਂ ਇੱਕ ਦੀ ਵੀ ਛੋਟ ਨਹੀਂ ਹੈ। ਜਿਹਦੇ ਕੋਲ ਪੰਜੇ ਨਿਸ਼ਾਨੀਆਂ ਹੋਣਗੀਆਂ ਉਹ ਸਾਡਾ ਸਿੱਖ ਹੈ, ਉਹਦੀ ਸਿੱਖੀ ਸਾਨੂੰ ਪ੍ਰਵਾਨ ਹੈ। ਜਦੋਂ ਗੁਰੂ ਇਹ ਗੱਲ ਕਹਿੰਦਾ ਵੀ ਪੰਜਾਂ ਕਕਾਰਾਂ ਦੇ ਧਾਰਨੀ ਬਣੋ, ਤੇ ਗੁਰੂ ਦਾ ਬਚਨ ਮੰਨਣ ਨਾਲ ਜੇ ਗੁਰੂ ਦੀ ਖੁਸ਼ੀ ਮਿਲਦੀ ਹੈ ਤੇ ਹੋਰ ਚਾਹੀਦਾ ਕੀ ਹੈ। ਇਹਦੇ ਬਚਨ ਹੀ ਬੜਾ ਸੌਖਾ, ਮਨ ਵਰਗੀ ਵੱਡੀ ਬਲਾ ਨੂੰ ਕਿਹੜਾ ਕਾਬੂ ਕਰ ਲਏਗਾ। ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ ਤੇ ਪੂਰਨ ਕਿਰਪਾ ਦੇ ਪਾਤਰ ਬਣਾਂਗੇ, ਗੁਰੂ ਦਾ ਕੋਈ ਬਚਨ ਮੰਨਾਂਗੇ ਤਾਂ ਹੀ ਕਿਰਪਾ ਹੋਵੇਗੀ। ਇਸ ਕਰਕੇ ਮਨ ਸਾਡੇ ਵੱਸ ਦੀ ਬਾਤ ਨਹੀਂ ਕਾਬੂ ਕਰਨਾ, ਇਹ ਗੁਰੂ ਨੂੰ ਭੇਟਾ ਕਰਨਾ ਪੈਂਦਾ। ਗੁਰੂ ਨੂੰ ਇਹ ਸਤਿਗੁਰੂ ਨੂੰ ਭੇਟਾ ਕਰਦੀ ਹੈ ਮਨੂਆ, ਸਤਿਗੁਰੂ ਇਹਨੂੰ ਸਾਫ਼ ਕਰ ਸਕਦੇ ਆ। ਸਾਡਾ ਮਨ ਸਾਫ਼ ਨਹੀਂ ਹੈ, ਬਹੁਤ ਜ਼ਿਆਦਾ ਮੈਲਾ ਹੈ, ਬੜੀ ਵਿਕਾਰਾਂ ਦੀ ਮੈਲ ਇਹਨੂੰ ਚੰਬੜੀ ਹੋਈ ਹੈ। ਇਹਦੇ ਅੰਦਰ ਬੇਅੰਤ ਫੁਰਨੇ ਫੁਰਦੇ ਨੇ, ਕਾਮ ਕ੍ਰੋਧ ਮੋਹ ਲੋਭ ਹੰਕਾਰ ਆਸਾ ਤ੍ਰਿਸ਼ਨਾ, ਸਾਰੇ ਵਿਕਾਰ, ਸਾਰੇ ਦੋਸ਼, ਸਾਰੇ ਪਾਪ ਇਸ ਮਨ ਨੂੰ ਚੰਬੜੇ ਹੋਏ ਨੇ। ਸੋ ਗੁਰੂ ਕੇ ਪਿਆਰਿਓ, ਪਾਪੀ ਗੁਨਾਹਗਾਰ ਵਿਕਾਰੀ ਔਗਣ ਯਾਰਾ ਮਨ, ਇਹ ਕਿੱਥੇ ਸਾਫ਼ ਹੈ। ਹਜ਼ੂਰ ਕਹਿੰਦੇ, ਜਨਮ ਜਨਮ ਕਿਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵੜ ਪਾਹੋ। ਕੋਲੂ ਤੇ ਫੇਰਨ ਵਾਲੀ ਟਾਕੀ ਤੇਲ ਨਾਲ ਲਿਬੜ ਲਿਬੜ ਕੇ ਜਿਵੇਂ ਕਾਲੀ ਹੋ ਜਾਂਦੀ ਹੈ, ਚਿੱਟੇ ਰੰਗ ਦੀ ਪਹਿਲਾਂ ਹੁੰਦੀ ਹੈ, ਜਿਵੇਂ ਉਹ ਸਾਫ਼ ਨਹੀਂ ਹੁੰਦੀ, ਜਿੰਨੇ ਮਰਜ਼ੀ ਸ਼ੈਂਪੂਆਂ ਸਾਬਣ ਨਾਲ ਧੋਈ ਜਾਓ। ਇਸੇ ਪ੍ਰਕਾਰ ਇਹ ਮਨ ਨੂੰ ਜਨਮਾਂ ਜਨਮਾਂਤਰਾਂ ਦੀ ਕਰਮਾਂ ਸੰਸਕਾਰਾਂ ਦੀ ਮੈਲ ਲੱਗੀ ਹੋਈ ਹੈ। ਇਹ ਕਿਵੇਂ ਅਸੀਂ ਸਾਫ਼ ਕਰ ਲਵਾਂਗੇ। ਸਤਿਗੁਰੂ ਕੀ ਜੇ ਸ਼ਰਣੀ ਆਵਾ, ਉਲਟੀ ਹੋਵੇ ਮਤ ਬਦਲਾਹ। ਜੇ ਸਤਿਗੁਰਾਂ ਦੀ ਸ਼ਰਨ ਆ ਕੇ ਮਨ ਭੇਟਾ ਕਰੀਏ ਤੇ ਸਤਿਗੁਰੂ ਬਖਸ਼ਿਸ਼ ਕਰਕੇ ਇਸ ਮਨ ਨੂੰ ਸੁਧਾਰ ਸਕਦੇ ਆ। ਆਪਣੇ ਮਨ ਦੀ ਵਸ ਦੀ ਬਾਤ ਨਹੀਂ, ਮਨ ਨੂੰ ਸਾਫ਼ ਕਰਨਾ, ਸੁੱਧੇ ਕਰਨਾ। ਸੋ ਇਸ ਕਰਕੇ ਗੁਰੂ ਕੇ ਪਿਆਰਿਓ, ਸਰੀਰਕ ਤੌਰ ਤੇ ਜਿਹੜਾ ਆਪਣੇ ਆਪ ਨੂੰ ਥੋੜੇ ਨਿਯਮ 'ਚ ਨਹੀਂ ਬੰਨ੍ਹ ਸਕਦਾ, ਜਿਹੜਾ ਸ਼ਰਾਬ ਕਬਾਬ ਨਹੀਂ ਛੱਡ ਸਕਦਾ, ਅੰਮ੍ਰਿਤ ਨਹੀਂ ਛਕ ਸਕਦਾ, ਆਂਡੇ ਖਾਣੋਂ ਨਹੀਂ ਹਟ ਸਕਦਾ, ਕੇਸ ਦਾੜਾ ਕਟਾਉਣੋਂ ਨਹੀਂ ਹਟ ਸਕਦਾ, ਅੰਮ੍ਰਿਤ ਵੇਲੇ ਉੱਠ ਨਹੀਂ ਸਕਦਾ, ਇਸ਼ਨਾਨ ਕਰਕੇ ਨਿਤਨੇਮ ਨਹੀਂ ਕਰ ਸਕਦਾ, ਉਹ ਏਡੀ ਵੱਡੀ ਬਲਾ ਨੂੰ ਕਿਵੇਂ ਜਿੱਤ ਲਏਗਾ ਮਨ ਨੂੰ। ਜਿਹੜਾ ਸਰੀਰ ਨੂੰ ਨਹੀਂ ਆਪਣੇ ਆਪ ਨੂੰ ਕੰਟਰੋਲ ਥੋੜਾ ਬਹੁਤਾ ਕਰ ਸਕਿਆ, ਇੰਦਰੇ ਦਮਨ ਕਰਨੇ, ਮਨ ਜਿੱਤਣਾ, ਇਹ ਕੋਈ ਖਾਲਾ ਜੀ ਦਾ ਵਾੜਾ। ਕਈ ਜਨਮਾਂ ਦੀ ਖੇਡ ਹੈ, ਕਈ ਜਨਮ ਲੱਗਣਗੇ ਭਗਤੀ ਕਰਦਿਆਂ, ਫਿਰ ਇਹ ਮਨ ਕਿਤੇ ਸੂਤਰ ਹੁੰਦਾ। ਇਸ ਕਰਕੇ ਗੁਰੂ ਕੇ ਪਿਆਰਿਓ, ਸਤਿਗੁਰੂ ਮਹਾਰਾਜ ਨੇ ਤੇ ਇਸ ਮਨ ਨੂੰ ਖੋਤੇ ਨਾਲ ਤਸਬੀਹ ਦਿੱਤੀ ਹੈ। ਪਾਨਾ ਵਾੜੀ ਹੋਏ ਘਰ, ਖਰ ਸਾਰ ਨਾ ਜਾਣਾ, ਰਸੀਆ ਹੋਵੇ ਮੁਸ਼ਕਲ ਤਾਂ ਫੂਲ ਪਛਾਣਾ। ਐਸੇ ਬਹੁਤ ਬਚਨ ਮਨ ਦੇ ਬਾਰੇ ਬਾਣੀ ਜਾ ਰੱਖਿਆ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਦਸਮ ਪਾਤਸ਼ਾਹ ਦੇ ਕੋਲ ਭਾਈ ਜੈਤਾ ਜੀ ਨੌਵੇਂ ਪਾਤਸ਼ਾਹ ਦਾ ਪਵਿੱਤਰ ਸੀਸ ਲੈ ਕੇ ਅਨੰਦਪੁਰ ਸਾਹਿਬ ਨੂੰ ਪਹੁੰਚਿਆ ਸੀ, ਤੇ ਸੀਸ ਦਾ ਅੰਤਮ ਸੰਸਕਾਰ ਕਰ ਰਹੇ ਸੀ ਗੁਰੂ ਗੋਬਿੰਦ ਰਾਏ ਜੀ। ਭਾਈ ਜੈਤੇ ਦੇ ਕੋਲ ਖਲੋ ਕੇ ਕਹਿਣ ਲੱਗੇ, ਭਾਈ ਜੈਤਿਆ, ਜਦੋਂ ਪਿਤਾ ਸਤਿਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਸ਼ਹਿਰ ਵਿੱਚ ਸਾਕਾ ਵਰਤਾਇਆ ਸੀ, ਦੱਸ ਕਾ ਭਾਈ ਜੈਤਿਆ ਉਦੋਂ ਕਿੰਨੇ ਕੁ ਸਿੱਖ ਮੌਜੂਦ ਸੀ ਦਿੱਲੀ ਵਿੱਚ। ਤਾਂ ਭਾਈ ਜੈਤਾ ਕਹਿਣ ਲੱਗਾ, ਸਤਿਗੁਰੂ ਹੋਣਗੇ ਭਾਵੇਂ ਬਹੁਤ, ਪਰ ਕਿਸੇ ਦੇ ਮੱਥੇ ਤੇ ਨਹੀਂ ਸੀ ਲਿਖਿਆ ਹੋਇਆ ਵੀ ਇਹ ਗੁਰੂ ਦਾ ਸਿੱਖ ਹੈ। ਔਰੰਗਜ਼ੇਬ ਨੇ ਢੋਂਢੋਰਾ ਪਟਵਾਇਆ ਸੀ ਵੀ ਸਿੱਖਾਂ ਦੇ ਗੁਰੂ ਤੇਗ ਬਹਾਦਰ ਦਾ ਧੜ ਤੇ ਸੀਸ ਇੱਥੇ ਚਾਂਦਨੀ ਚੌਂਕ 'ਚ ਪਿਆ ਹੋਇਆ, ਜੇ ਕੋਈ ਗੁਰੂ ਦਾ ਸਿੱਖ ਸੰਸਕਾਰ ਕਰਨਾ ਚਾਹੁੰਦਾ ਤੇ ਚੁੱਕ ਕੇ ਲਿਜਾ ਸਕਦਾ। ਪਰ ਸਿੱਖ ਇਸ ਗੱਲੋਂ ਡਰ ਗਏ ਕਿ ਜੇ ਅਸੀਂ ਸਾਹਮਣੇ ਆਏ ਤੇ ਔਰੰਗਜ਼ੇਬ ਨੇ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ, ਸਾਨੂੰ ਕਿੱਥੇ ਛੱਡੇਗਾ, ਸਾਨੂੰ ਵੀ ਮਾਰ ਦੇਵੇਗਾ। ਇਹ ਤਰੀਕੇ ਦੇ ਨਾਲ ਸਾਹਮਣੇ ਲਿਆਉਣੇ ਚਾਹੁੰਦਾ ਵੀ ਕਿਹੜੇ ਗੁਰੂ ਦੇ ਸਿੱਖ ਆ। ਇਸ ਕਰਕੇ ਕੋਈ ਵੀ ਸਾਹਮਣੇ ਨਾ ਆਇਆ। ਤੇ ਸਤਿਗੁਰੂ ਜੀ ਉਸ ਵੇਲੇ ਬਹੁਤ ਜ਼ਿਆਦੀ ਹਨੇਰੀ ਚੱਲੀ ਸੀ ਔਰ ਘੁੱਪ ਹਨੇਰ ਛਾ ਗਿਆ ਸੀ। ਦਿਨੇ ਤਾਰੇ ਦਿਸੇ, ਮੁਸਲਮਾਨਾਂ ਲਿਖਾਰੀਆਂ ਵੀ ਲਿਖਿਆ ਕਿ ਦਿਨ ਵੇਲੇ ਤਾਰੇ ਦਿਸਣ ਲੱਗ ਪਏ, ਨਾ ਹਨੇਰ ਛਾ ਗਿਆ ਸੀ। ਉਸ ਹਨੇਰ ਦੇ ਵਿੱਚ, ਕਿਉਂਕਿ ਹਨੇਰਾ ਹੋਣ ਕਰਕੇ, ਮੈਂ ਵੀ ਟੋਕਰਾ ਤੇ ਇੱਕ ਕੱਪੜਾ ਰੱਖਿਆ ਹੋਇਆ ਸੀ ਝਾੜੀ ਦੇ, ਉਹਦੇ ਲਗਾ ਕੇ, ਤੇ ਇੰਜ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਸੀਸ ਮੈਂ ਕੱਪੜੇ 'ਚ ਲਪੇਟ ਕੇ ਉਸ ਹਨੇਰੇ 'ਚ ਲੈ ਕੇ ਭੱਜਣ ਵਿੱਚ ਸਫਲ ਹੋਇਆ ਹਾਂ। ਮੈਂ ਵੀ ਸਾਹਮਣੇ ਨਹੀਂ ਸੀ ਗਿਆ, ਮੈਂ ਚੋਰੀ ਸੀਸ ਚੁੱਕ ਕੇ ਲਿਆਇਆ ਸਤਿਗੁਰੂ ਜੀ। ਜਦੋਂ ਇੰਜ ਕਿਹਾ
ਤਾਂ ਗੋਬਿੰਦ ਰਾਏ ਸੁਣ ਕਰ ਐਸੇ ਗਰਜਤ ਬੋਲੇ ਕਨਹਰ ਜੈਸੇ। ਤੇ ਸਿੱਖ ਕੋਈ ਵੀ ਸਾਹਮਣੇ ਨਹੀਂ ਸੀ ਆ ਸਕਿਆ, ਇਹਨੇ ਡਰ ਗਏ ਸੀ ਭਾਈ ਜੈਤਿਆ। ਕਹਿਣ ਲੱਗਾ ਹਾਂ ਮਹਾਰਾਜ ਘਬਰਾ ਗਏ, ਡਰ ਗਏ ਸੀ ਸਾਰੇ। ਗੋਬਿੰਦ ਰਾਏ ਸੁਣ ਕਰ ਐਸੇ ਗਰਜਤ ਬੋਲੇ ਕਨਹਰ ਜੈਸੇ। ਇਸ ਵਿਦ ਕੋ ਅਬ ਪੰਥ बढ़ाऊं सगल जगत में बहु विदताऊं। लाखों जग के नर एक थाए तिन में मिलै एक सिख जाए। सब ते प्रथक पछान्यों पर रलै न कबहू कैसे कर। ਲੱਖਾਂ ਦੀ ਗਿਣਤੀ 'ਚ ਜਨਤਾ ਖਲੋਤੀ ਹੋਵੇ, ਉਹਨਾਂ ਵਿੱਚ ਮੇਰਾ ਇੱਕ ਸਿੱਖ ਜਾ ਖਲੋਵੇਗਾ ਤੇ ਸਭ ਦੁਨੀਆ ਦੀ ਨਜ਼ਰ ਵਿੱਚ ਪਛਾਣ ਆ ਜਾਏਗੀ ਕਿ ਗੁਰੂ ਦਾ ਸਿੱਖ ਹੈ। ਮੈਂ ਇਹੋ ਜਿਹੀ ਨੁਹਾਰ ਦਿਆਂਗਾ, ਇਹੋ ਜਿਹਾ ਰੂਹ ਬਖਸ਼ਾਂਗਾ ਆਪਣੇ ਸਿੱਖ ਨੂੰ। ਸੋ ਗੁਰੂ ਕੇ ਪਿਆਰਿਓ, ਸਤਿਗੁਰਾਂ ਨੇ ਉਹ ਸਰੂਪ ਬਖਸ਼ਿਆ ਆਪਣੇ ਸਿੱਖ ਨੂੰ। ਇੱਕ ਸਾਡੇ ਪੰਥ ਵਿੱਚ ਮਹਾਂਪੁਰਸ਼ ਹੋਏ ਨੇ ਬਾਬਾ ਮੋਹਨ ਸਿੰਘ ਜੀ ਬਰਾੜੇ ਵਾਲੇ, ਜਗਾਦਰੀ ਦੇ ਕੋਲ ਆ, ਜਗਾਦਰੀ ਸਟੇਸ਼ਨ ਦੇ ਕੋਲ ਬਰਾੜਾ ਪਿੰਡ, ਉੱਥੋਂ ਦੇ ਸਨ। ਉਹ ਉਹਨਾਂ ਬਚਨ ਸੁਣਾਇਆ, ਆਪਣਾ ਹੱਡ ਬੀਤਿਆ। ਉਹ ਕਾਸ਼ੀ ਸ਼ਹਿਰ ਇੱਕ ਵਾਰੀ ਗਏ, ਹਿੰਦੂਆਂ ਦਾ ਸਿਖਰ ਸੰਮੇਲਨ ਉੱਥੇ ਹੋ ਰਿਹਾ ਸੀ, ਬਹੁਤ ਵੱਡਾ ਵਿਦਵਾਨਾਂ ਦਾ ਇਕੱਠ, ਔਰ ਕੇਵਲ ਵਿਦਵਾਨ ਬੰਦੇ ਹੀ ਉੱਥੇ ਬੈਠੇ ਹੋਏ ਸੀ। ਤੇ ਬਾਬਾ ਜੀ ਵੀ ਉਸ ਵਿਦਵਾਨਾਂ ਦੀ ਸਭਾ ਜਾ ਬੈਠੇ। ਵੱਡੇ ਤੋਂ ਵੱਡੇ ਵਿਦਵਾਨ ਨੂੰ 5 ਮਿੰਟ ਦਾ ਸਮਾਂ ਮਿਲ ਰਿਹਾ ਸੀ। ਔਰ ਉਸ ਵੇਲੇ ਬਾਬਾ ਜੀ ਜਦੋਂ ਜਾ ਬੈਠੇ ਤੇ ਉਹ ਵੇਖ ਕੇ ਹੱਸਣ ਲੱਗ ਪਏ ਲੋਕ ਵੀ ਇਹ ਜੱਟ ਬੂਟ ਜਿਹਾ ਸਧਾਰਨ ਜਿਹਾ ਬੰਦਾ ਸਾਡੇ 'ਚ ਵਿਦਵਾਨਾਂ 'ਚ ਕਿੱਥੇ ਆ ਬੈਠਾ। ਔਰ ਜਿਸ ਵੇਲੇ ਉਹ ਹੱਸ ਰਹੇ ਸੀ ਤੇ ਬਾਬਾ ਜੀ ਖਿਸਕਦੇ ਖਿਸਕਦੇ ਸਾਰੇ ਸੈਕਟਰੀ ਦੇ ਕੋਲ ਚਲੇ ਗਏ, ਸਟੇਜ ਸੈਕਟਰੀ ਦੇ ਕੋਲ, ਤੇ ਜਾ ਕੇ ਕਹਿਣ ਲੱਗੇ ਮੈਨੂੰ ਵੀ ਥੋੜਾ ਜਿਹਾ ਸਮਾਂ ਦਿਓਗੇ। ਤੇ ਸੈਕਟਰੀ ਵੇਖ ਕੇ ਖਿੜਖੜਾ ਕੇ ਹੱਸ ਪਿਆ ਵੀ ਅਸੀਂ ਪਹਿਲਾਂ ਹੀ ਹੱਸ ਰਹੇ ਹਾਂ, ਇਹ ਉਲਟਾ ਟਾਈਮ ਮੰਗਦਾ, ਭਲਾ ਇਹ ਵਿਦਵਾਨਾਂ ਦੇ ਵਿੱਚ ਕੀ ਬੋਲ ਰਹੇਗਾ। ਤੇ ਬਾਬਾ ਜੀ ਕਹਿਣ ਲੱਗੇ ਦੇ ਦਿਓ ਥੋੜਾ ਜਿਹਾ ਟਾਈਮ ਮੈਨੂੰ ਵੀ, ਮੈਂ ਥੋੜੀ ਜਿਹੀ ਗੱਲਬਾਤ ਕਰਨੀ ਚਾਹੁੰਦਾ। ਔਰ ਫਿਰ ਲਾਗੋਂ ਸਿਆਣੇ ਨੇ ਕਿਹਾ ਵੀ ਦੂਜੇ ਮਤ ਦਾ ਬੰਦਾ ਆਇਆ ਸਿੱਖ ਧਰਮ ਦਾ, ਇਹ ਕਹੇਗਾ ਮੈਨੂੰ ਇਹਨਾਂ ਸਮਝ ਨਹੀਂ ਦਿੱਤਾ, ਦੇਖ ਲਈਏ ਭਲਾ ਕੀ ਬੋਲਦਾ। ਬਾਬਾ ਜੀ ਕਹਿਣ ਲੱਗੇ ਹੁਣ ਵੀ ਤੁਸੀਂ ਹੱਸ ਹੀ ਰਹੇ ਹੋ ਤੇ 2-3 ਮਿੰਟ ਹਾਸਾ ਵਿਖਾਓ ਨਹੀਂ ਸਹੀ, ਤੁਹਾਡਾ ਥੋੜਾ ਸਵਾਦ ਬਦਲ ਜਾਏਗਾ। ਜਿਵੇਂ ਥਾਲੀ ਦੇ ਵਿੱਚ ਚਟਣੀ ਰੱਖੀ ਹੁੰਦੀ ਇੱਕ ਪਾਸੇ ਜੇ ਕਰਕੇ, ਸਬਜ਼ੀਆਂ ਤਰਕਾਰੀਆਂ ਬਹੁਤ ਹੁੰਦੀਆਂ ਤੇ ਉਹ ਸਵਾਦ ਬਦਲਣ ਵਾਸਤੇ ਚਟਣੀ, ਬਾਬਾ ਜੀ ਕਹਿਣ ਲੱਗੇ ਇਸ ਤਰ੍ਹਾਂ ਮੈਨੂੰ ਸਮਝ ਲਿਓ। ਉਹਨਾਂ ਨੂੰ 3 ਮਿੰਟ ਦਾ ਸਮਾਂ ਅਨਾਉਂਸ ਹੋ ਗਿਆ। ਜਿਸ ਵੇਲੇ ਬਾਬਾ ਜੀ ਨੂੰ 3 ਮਿੰਟ ਦਾ ਸਮਾਂ ਦਿੱਤਾ ਗਿਆ ਤੇ ਉਹਨਾਂ ਸਟੇਜ ਤੇ ਖਲੋ ਕੇ ਵੇਖਿਆ ਭਈ ਕੋਈ ਵੀ ਸਿੱਖ ਨਹੀਂ ਬੈਠਾ, ਹੁਣ ਫਤਿਹ ਕਿਹਨੂੰ ਗੁਜਾਓ, ਕਿਉਂਕਿ ਗੁਰੂ ਦਾ ਹੁਕਮ ਹੈ ਸਿੱਖ ਨੂੰ ਸਿੱਖ ਮਿਲੇ ਤੇ ਫਤਿਹ ਗਜਾਏ। ਜਿਹੜਾ ਸਭ ਤੋਂ ਪਹਿਲਾਂ ਫਤਿਹ ਗਜਾਏਗਾ ਉਹਦੇ ਵੱਲ ਸਾਡਾ ਚਿਹਰਾ, ਜਿਹੜਾ ਦੂਜੇ ਨੰਬਰ ਤੇ ਫਤਿਹ ਬੁਲਾਏ ਸਾਡਾ ਸੱਜਾ ਮੋਢਾ, ਤੀਜੇ ਨੰਬਰ ਤੇ ਫਤਿਹ ਬੁਲਾਏ ਤੇ ਖੱਬਾ ਮੋਢਾ, ਜਿਹੜਾ ਫਤਿਹ ਨਾ ਬੁਲਾਵੇ ਸਾਡੀ ਉਹਦੇ ਕੰਡ ਹੋਵੇਗੀ। ਹੁਣ ਸਿੱਖ ਨੂੰ ਮੰਡੀਆਂ 'ਚ ਵੰਡੇ ਗਏ ਨਾ ਆਪਾਂ ਜਥੇਬੰਦੀਆਂ 'ਚ, ਇੱਕ ਦੂਜੇ ਨੂੰ ਵੇਖ ਕੇ ਅਸੀਂ ਫਤਿਹ ਨਹੀਂ ਬੁਲਾਉਂਦੇ, ਪਰ ਪ੍ਰਾਤਨ ਸਿੱਖਾਂ ਦੀਆਂ ਬਾਹਾਂ ਗੱਜ ਲੰਮੀਆਂ ਚੌੜੀਆਂ ਹੋ ਜਾਂਦੀਆਂ ਸੀ। ਗੁਰੂ ਦਾ ਸਿੱਖ ਮਿਲਿਆ ਭੱਜ ਕੇ ਫਤਿਹ ਬੁਲਾਉਂਦੇ ਸੀ, ਜੱਫੀ ਪਾ ਦਿੰਦੇ ਸੀ, ਆ ਗੁਰੂ ਦੇ ਸਿੱਖਾ ਗੁਰੂ ਦੀਆਂ ਗੱਲਾਂ ਕਰੀਏ ਬਹਿ ਗਏ। ਔਰ ਇਸ ਪ੍ਰਕਾਰ ਗੁਰੂ ਕੇ ਪਿਆਰਿਓ ਇੰਜ ਉਹਨਾਂ ਨੇ ਵਿਚਾਰਿਆ ਹੁਣ ਫਤਿਹ ਕਿਹਨੂੰ ਗਜਾਈਏ। ਉਹਨਾਂ ਆਪਣੀ ਸ੍ਰੀ ਸਾਹਿਬ ਮੂਹਰੇ ਕਰਕੇ ਫਤਿਹ ਗਜਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਗਜਾ ਕੇ ਤੇ ਬਾਬਾ ਜੀ ਨੇ ਪਹਿਲਾ ਬਚਨ ਕੀਤਾ, ਜਿੰਨੇ ਸਾਰੇ ਤੁਸੀਂ ਬੈਠੇ ਹੋ ਤੁਹਾਡੇ ਸਾਰਿਆਂ ਨਾਲੋਂ ਮੈਂ ਵੱਡਾ ਤੇ ਉੱਚਾ। ਉਹ ਖਿੜਖੜਾ ਕੇ ਹੱਸ ਪਏ ਕਿਉਂਕਿ ਬਾਬਾ ਜੀ ਦਾ ਕੱਦ ਮਧਰਾ ਜਿਹਾ ਸੀ, ਮਧਰਾ ਜਿਹਾ ਕੱਦ ਸੀ ਤੇ ਦੋਹਰਾ ਦਮਾਲਾ ਬੰਨ੍ਹਦੇ ਸੀ ਸੀਸ ਤੇ ਪਿੱਛੇ, ਥੋੜਾ ਜਿਹਾ ਲੜ ਛੱਡਿਆ ਹੁੰਦਾ ਸੀ ਮੋਢਿਆਂ ਦੇ ਕੰਧਿਆਂ ਤੇ ਇਸ ਤਰ੍ਹਾਂ ਦਾ ਚਿੱਟਾ ਦਸਤਾਰਾ ਹੁੰਦਾ ਸੀ, ਥੱਲੇ ਦੀ ਕੇਸਰੀ ਕੇਸਕੀ। ਤੇ ਇਸ ਤਰ੍ਹਾਂ ਜਿਸ ਵੇਲੇ ਉਹਨਾਂ ਨੇ ਬਚਨ ਕੀਤਾ ਮੈਂ ਉੱਚਾ ਤੇ ਵੱਡਾ, ਉਹ ਖਿੜਖੜਾ ਕੇ ਹੱਸ ਪਏ, ਕਹਿਣ ਲੱਗੇ ਦਿਸਦੇ ਹੀ ਕਹਿੰਦੇ ਨੇ ਪੜ ਜਾ ਗਵਾਰ ਜਾ, ਕਦੇ ਤਾਂ ਵੀ ਕਦੇ ਭਲਾ ਕੋਈ ਬੋਲਿਆ ਵੀ ਮੈਂ ਵੱਡਾ ਤੇ ਉੱਚਾ। ਇਸ ਤਰ੍ਹਾਂ ਉਹਨੇ ਮਾਹੌਲ ਜਿਹਾ ਕੀਤਾ, ਕਹਿਣ ਲੱਗੇ ਹੁਣ ਮੈਂ ਸਿੱਧ ਕਰਨਾ, ਮੈਂ ਆਪਣੇ ਸਮੇਂ ਦੇ ਵਿੱਚ ਸਿੱਧ ਕਰਨਾ ਵੀ ਮੈਂ ਤੁਹਾਡੇ ਤੋਂ ਉੱਚਾ ਤੇ ਵੱਡਾ ਕਿਵੇਂ। ਤੇ ਉਹ ਵੇਖਣ ਲੱਗ ਪਏ ਵੀ ਦੱਸੋ ਕਰੋ ਜੀ। ਕਹਿੰਦੇ ਮੇਰਾ ਬਚਨ ਮੰਨੀ ਜਾਓ ਛੇਤੀ ਛੇਤੀ, ਮੈਂ ਨਾਲੇ ਘੜੀ ਵੱਲ ਵੇਖੀ ਜਾਣ ਵੀ 3 ਮਿੰਟਾਂ 'ਚ ਮੈਂ ਸਮਾਪਤੀ ਕਰਨੀ ਹੈ। ਕਹਿਣ ਲੱਗੇ ਤੁਹਾਡੇ ਜੋ ਬ੍ਰਹਮਾ ਜੀ ਦੇ ਉਪਾਸ਼ਕ ਕਿੰਨੇ, ਆਪਣੀਆਂ ਬਾਹਾਂ ਖੜੀਆਂ ਕਰੋ ਜਰਾ। ਕਹਿਣ ਲੱਗੇ ਤੁਸੀਂ ਵੋਟਾਂ ਪਾਉਣ ਲੱਗੇ ਹੋ। ਕਹਿਣ ਲੱਗੇ ਨਹੀਂ ਛੇਤੀ ਕਰੋ ਜਰਾ, ਮੇਰਾ ਬਚਨ ਮੰਨੋ, ਆਪਣੇ ਹੱਥ ਖੜੇ ਕਰੋ। ਉਹ ਕਹਿਣ ਲੱਗੇ ਵੀ ਗਲੋਂ ਲਾਓ, ਕਰੋ ਹੱਥ ਖੜੇ। ਉਹ ਬ੍ਰਹਮਾ ਦੇ ਉਪਾਸ਼ਕ ਹੱਥ ਖੜੇ ਕੀਤੇ। ਕਹਿਣ ਲੱਗੇ ਨਹੀਂ ਮੈਂ ਨਹੀਂ ਇਹ ਗੱਲ ਮੰਨਦਾ ਵੀ ਤੁਸੀਂ ਬ੍ਰਹਮਾ ਦੇ ਉਪਾਸ਼ਕ ਹੋ ਜਾਂ ਫਿਰ ਸੱਚੇ ਉਪਾਸ਼ਕ ਨਹੀਂ, ਤੇ ਜਾਂ ਫਿਰ ਬ੍ਰਹਮਾ ਨੇ ਤੁਹਾਡੇ ਨਾਲ ਧੋਖਾ ਕੀਤਾ। ਦੱਸੋ ਕਿਹਦੇ 4 ਮੂੰਹ ਹੈ ਤੁਹਾਡੇ 'ਚ, ਕਿਹਦੇ ਖੱਬੇ ਪਾਸੇ ਸਰਸਤੀ ਖਲੋਤੀ ਆ। ਤੁਸੀਂ ਬਿਲਕੁਲ ਬ੍ਰਹਮਾ ਦੇ ਸੱਚੇ ਉਪਾਸ਼ਕ ਨਹੀਂ, ਅੱਬਲ ਤੇ ਕਿਸ ਦੇ ਹੈ ਨਹੀਂ। ਜੇ 4 ਮੂੰਹਾਂ ਵਾਲਾ ਬੰਦਾ ਤੁਰਿਆ ਲੋਕੀ ਢੀਮਾ ਮਾਰ ਦੇਣਗੇ ਕਿਧਰੋਂ ਬਲਾ ਆ ਗਈ। ਇਸ ਕਰਕੇ ਤੁਸੀਂ, ਕਿਉਂਕਿ ਬ੍ਰਹਮਾ ਨੇ ਤੁਹਾਨੂੰ ਆਪਣਾ ਰੂਪ ਨਹੀਂ ਦਿੱਤਾ, ਆਪਣੇ ਵਰਗਾ ਨਹੀਂ ਬਣਾਇਆ, ਇਸ ਕਰਕੇ ਤੁਸੀਂ ਜਾਂ ਤੇ ਸੱਚੇ ਉਪਾਸ਼ਕ ਨਹੀਂ ਜਾਂ ਬ੍ਰਹਮਾ ਨੇ ਤੁਹਾਡੇ ਨਾਲ ਧੋਖਾ ਕੀਤਾ ਜੀ।
ਤੇ ਫਿਰ ਕਹਿਣ ਲੱਗੇ ਮੈਨੂੰ ਹੱਥ ਖੜਾ ਕਰ ਦਿਓ। ਹੁਣ ਵਿਸ਼ਨੂੰ ਭਗਵਾਨ ਦੇ ਪਾਸ਼ਕ ਬਾਹਾਂ ਖੜੀਆਂ ਕਰੋ, ਉਹਨਾਂ ਨੇ ਕਰ ਦਿੱਤੀਆਂ। ਕਹਿਣ ਲੱਗੇ ਸੰਖ ਚੱਕਰ ਗਦਾ ਪਦਮ ਕਿਹਨੇ ਚੌਂ ਬਾਹਾਂ 'ਚ ਫੜਿਆ ਹੋਇਆ ਹੱਥਾਂ 'ਚ, ਕਿਸ ਦੀਆਂ ਵੀ ਚਾਰ ਬਾਹਾਂ ਨੇ, ਕਿਹਦੇ ਖੱਬੇ ਪਾਸੇ ਲక్ష్ਮੀ ਦਾ ਨਿਵਾਸ ਹੈ। ਬਿਲਕੁਲ ਤੁਸੀਂ ਵਿਸ਼ਨੂੰ ਭਗਵਾਨ ਦਾ ਰੂਪ ਨਹੀਂ ਹੋ। ਦੇਖ ਲਓ, ਤੁਸੀਂ ਵਿਚਾਰ ਕੇ ਮੇਰੇ ਪ੍ਰਸ਼ਨ ਦਾ ਜਵਾਬ ਦੇ ਦਿਓ ਜੇ ਹੈ ਤਾਂ। ਹੁਣ ਤੁਸੀਂ ਬਾਹਾਂ ਹੇਠਾਂ ਕਰ ਲਓ ਤੇ ਸ਼ਿਵ ਭਗਵਾਨ ਦੇ ਪਾਸ਼ਕ ਬਾਹਾਂ ਖੜੀਆਂ ਕਰੋ, ਉਹਨਾਂ ਨੇ ਕਰਤੀਆਂ। ਕਹਿਣ ਲੱਗੇ ਕਿਹਦੀਆਂ ਜੜਾਵਾਂ 'ਚੋਂ ਗੰਗਾ ਨਿਕਲਦੀ ਹੈ, ਕਿਹਦੇ ਗਲ ਦੇ ਦੁਆਲੇ ਸੱਪਾਂ ਦੀ ਮਾਲਾ, ਕਿਹਦੇ ਕੰਠ ਵਿੱਚ ਜ਼ਹਿਰ, ਅੱਗ ਧਤੂਰਾ ਭੰਗ ਕਿਹਨੇ ਪੀਤਾ ਹੋਇਆ, ਕਿਹਦੇ ਕੋਲ ਨਾਦੀ ਆ ਬਲਦਾ ਸਵਾਰੀ ਵਾਸਤੇ, ਤੇ ਕਿਹਦੇ ਨਾਲ ਪਾਰਵਤੀ ਖੜੀ ਹੈ। ਤੁਹਾਡੇ ਚੋਂ ਕਿਸੇ ਦੇ ਕੋਲ ਵੀ ਇਹ ਚੀਜ਼ਾਂ ਹੈ ਨਹੀਂ, ਤੇ ਤੁਸੀਂ ਇਸ ਕਰਕੇ ਸ਼ਿਵ ਦੇ ਸੱਚੇ ਉਪਾਸ਼ਕ ਨਹੀਂ, ਜਾਂ ਫਿਰ ਸ਼ਿਵ ਨੇ ਤੁਹਾਡੇ ਨਾਲ ਧੋਖਾ ਕੀਤਾ। ਮੈਂ ਆ ਗੁਰੂ ਗੋਬਿੰਦ ਸਿੰਘ ਦਾ ਸਿੰਘ, ਤੇ ਜੋ ਕੁਝ ਉਹਨਾਂ ਦਾ ਸਰੂਪ ਆ ਉਹ ਕੁਝ ਮੇਰਾ। ਉਹਨਾਂ ਦਾ ਨਾਮ ਸਿੰਘ ਤੇ ਮੇਰਾ ਨਾਮ ਵੀ ਸਿੰਘ। ਉਹਨਾਂ ਦੇ ਕੇਸ ਤੇ ਦਾੜਾ ਇਹੋ ਜਿਹਾ ਸਰੂਪ, ਮੇਰਾ ਵੀ ਉਹੋ ਜਿਹਾ। ਉਹਨਾਂ ਦੇ ਵੀ ਸੀਸ ਤੇ ਦਸਤਾਰਾ ਤੇ ਮੇਰੇ ਸਿਰ ਤੇ ਵੀ ਦਸਤਾਰਾ। ਉਹਨਾਂ ਦੇ ਗਾਤਰੇ ਕਿਰਪਾਨ ਤੇ ਮੇਰੇ ਗਾਤਰੇ ਕਿਰਪਾਨ। ਉਹਨਾਂ ਦੇ ਤੇੜ ਕਸ਼ਹਿਰਾ ਤੇ ਮੇਰੇ ਤੇੜ ਵੀ ਕਸ਼ਹਿਰਾ। ਔਰ ਉਹਨਾਂ ਦੀ ਵੀਣੀ 'ਚ ਕੜਾ ਤੇ ਮੇਰੀ ਬਾਹ ਵਿੱਚ ਵੀ ਕੜਾ। ਔਰ ਉਹੋ ਜਿਹਾ ਬਿਲਕੁਲ ਮੁਕੰਮਲ ਰੂਪ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਆਪਣਾ ਬਣਾਇਆ। ਤੇ ਨਾਲ ਇਹ ਕਹਿਤਾ ਵੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਮ ਕਰੋ ਨਿਵਾਸ, ਖਾਲਸਾ ਮੇਰੋ ਪਿੰਡ ਪੁਰਾਣ, ਖਾਲਸਾ ਮੇਰੋ ਸਵਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਇਹੋ ਜਿਹੇ ਬਚਨ ਮੇਰੇ ਗੁਰੂ ਨੇ ਮੇਰੇ ਬਾਰੇ ਕਹੇ ਨੇ। ਚੇਤੇ ਰੱਖਣਾ, ਈਸਾਈਆਂ ਦੇ ਪੈਗੰਬਰ ਯਸੂ ਮਸੀਹ ਨੂੰ ਪੁੱਛਿਆ ਸੇਵਾਦਾਰਾਂ ਨੇ ਵੀ ਤੁਹਾਡਾ ਸਾਡਾ ਸੰਬੰਧ ਕੀ ਹੈ ਜੀ? ਤਾਂ ਯਸ਼ੂ ਨੇ ਕਿਹਾ ਸੀ ਤੁਸੀਂ ਹੋ ਮੇਰੀਆਂ ਭੇਡਾਂ ਬੱਕਰੀਆਂ ਤੇ ਮੈਂ ਤੁਹਾਨੂੰ ਚਾਰਨ ਵਾਲਾ ਅਯਾਲੀ। ਪਰ ਗੁਰੂ ਗੋਬਿੰਦ ਸਿੰਘ ਨੇ ਇਹੋ ਜਿਹਾ ਗੰਦ ਖਾਣ ਵਾਲੇ ਪਸ਼ੂ ਨਹੀਂ ਬਣਾਇਆ ਆਪਣੇ ਸਿੱਖਾਂ ਨੂੰ। ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਮੇਰਾ ਗੁਰੂ ਹੈ ਖਾਲਸਾ। ਜੇ ਕੋਈ ਖਾਲਸਾ ਹੋਵੇ ਤਾਂ ਮੈਂ ਉਹਨੂੰ ਆਪਣਾ ਗੁਰੂ ਮੰਨਾਂਗਾ। ਖਾਲਸਾ ਮੇਰਾ ਗੁਰੂ ਸਰੂਪ ਹੈ। ਇਹੋ ਜਿਹੀ ਬਖਸ਼ਿਸ਼ ਕੀਤੀ ਆ। 2.5 ਮਿੰਟਾਂ 'ਚ ਆਪਣੇ ਬਚਨ ਪੂਰੇ ਕਰਕੇ ਤੇ ਬਾਬਾ ਮੋਹਨ ਸਿੰਘ ਜੀ ਬਰਾੜੇ ਵਾਲੇ ਕਹਿਣ ਲੱਗੇ ਲਓ ਹੁਣ ਮੈਂ ਤੁਹਾਡੇ ਵਿੱਚ ਹੀ ਬੈਠਾ ਸ਼ਾਮਾਂ ਤੱਕ, ਵੱਡੇ ਤੋਂ ਵੱਡਾ ਵਿਦਵਾਨ ਮੇਰੇ ਪ੍ਰਸ਼ਨਾਂ ਦੇ ਜਵਾਬ ਦੇ ਦੇ, ਮੇਰੀ ਗੱਲ ਰੱਦ ਕਰ ਦੇ, ਮੈਂ ਉਹਦੇ ਤੋਂ ਕੁਰਬਾਨ ਹੋਵਾਂਗਾ। ਜਦੋਂ ਇੰਜ ਕਹਿ ਕੇ ਫਤਿਹ ਜਾ ਕੇ ਬਹਿ ਗਏ ਤੇ ਉਸ ਵੇਲੇ ਜਿਹੜਾ ਨਵਾਂ ਵਿਦਵਾਨ ਅਗਲਾ ਬੋਲਿਆ ਨਾ, ਉਹ ਕਹਿਣ ਲੱਗਾ ਹੁਣ ਲੱਤਾਂ ਦੇ ਹੇਠ ਦੀ ਕੰਨ ਕੀ ਫੜਦੇ ਆ, ਸਿੱਧੇ ਕੰਨ ਫੜ ਕੇ ਕਹਿ ਦਈਏ ਵੀ ਜੋ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੈਰੋਕਾਰਾਂ ਸਿੱਖਾਂ ਅਨੁਯਾਈਆਂ ਤੇ ਆਪਣੇ ਸੇਵਕਾਂ ਦੇ ਬਖਸ਼ਿਸ਼ਾਂ ਕੀਤੀਆਂ, ਹੋਰ ਦੁਨੀਆ ਦਾ ਕੋਈ ਰੈਕੋਰਡ ਨਹੀਂ ਕਰ ਸਕਿਆ। ਬੋਲੇ ਸੋਹਣਿਆਲ ਸਤਿ ਸ੍ਰੀ ਅਕਾਲ। ਇਹ ਸਨਾਤਨੀ ਮਤ ਦੇ ਵਿਦਵਾਨਾਂ ਦੀ ਸਭਾ ਦੇ ਵਿੱਚ ਇਹ ਗੱਲ ਮਨਾਈ ਬਾਬਾ ਮੋਹਨ ਸਿੰਘ ਜੀ ਨੇ। ਔਰ ਗੁਰੂ ਕੇ ਪਿਆਰਿਓ, ਸਾਧਾਰਨ ਜਿਹਾ ਉਹਨਾਂ ਦਾ ਜੀਵਨ ਸੀ ਵੇਖਣ ਨੂੰ, ਪਰ ਬੜੇ ਬੰਦਗੀ ਵਾਲੇ ਗੁਰਮੁਖ ਸੀ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਇਹੋ ਜਿਹੀ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਸਿੱਖਾਂ ਤੇ ਕੀਤੀ ਹੈ। ਔਰ ਗੁਰੂ ਕੇ ਪਿਆਰਿਓ, ਹਜ਼ੂਰ ਦਸਮ ਪਾਤਸ਼ਾਹ ਜਦੋਂ ਚਮਕੌਰ ਦੀ ਜੰਗ ਤੋਂ ਬਾਅਦ ਹਜ਼ੂਰ ਵਿਚਰਦੇ ਹੋਏ ਮਾਛੀਵਾੜੇ ਦੇ ਜੰਗਲ ਵਿੱਚ ਦੀ ਦੀਨੇ ਕਾਂਗੜ ਪਿੰਡ ਪਹੁੰਚੇ। ਦੀਨਾ ਤੇ ਕਾਂਗੜ ਦੋ ਪਿੰਡ ਮਾਲਵੇ ਵਿੱਚ। ਭਾਈ ਵੀਰ ਸਿੰਘ ਦਾ ਲਿਖਿਆ ਕਲਗੀਧਰ ਚਮਤਕਾਰ, ਉਹਦੇ 'ਚ ਪ੍ਰਸੰਗ ਪੜ੍ਹਨਾ ਕਲਗੀਧਰ ਜੀ ਦੀਨੇ, ਭਾਵ ਜਦੋਂ ਦੀਨੇ ਪਿੰਡ ਸਤਿਗੁਰੂ ਗਏ, ਇੱਥੇ ਲਖਮੀਰ ਸ਼ਮੀਰ ਤੇ ਤਖਤ ਮਲ 3 ਸਕੇ ਭਰਾ ਸਨ ਵਸਦੇ। ਉਹਨਾਂ ਦੀ ਬੜੀ ਵੱਡੀ ਹਵੇਲੀ ਸੀ। ਹਜ਼ੂਰ ਦਾ ਉੱਥੇ ਉਤਾਰਾ ਹੋਇਆ। ਉਹਨਾਂ ਨੇ ਬਹੁਤ ਸੇਵਾ ਕੀਤੀ। ਕਈ ਮਹੀਨੇ ਸਤਿਗੁਰੂ ਜੀ ਇਹਨਾਂ ਦੇ ਪ੍ਰੇਮ ਦੇ ਬੱਧੇ ਇੱਥੇ ਰਹੇ। ਔਰ ਇੱਥੇ ਰਹਿੰਦਿਆਂ ਹੀ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਜੀ ਇਸ ਤਰ੍ਹਾਂ ਮਾਲਵੇ ਵਿੱਚ ਠਹਿਰੇ ਹੋਏ ਨੇ, ਫਲਾਣੇ ਪਿੰਡ ਫਲਾਣੇ ਸਿੱਖ ਦੇ ਘਰ ਨੇ। ਉਹਨੇ ਚਿੱਠੀ ਲਿਖ ਕੇ ਭੇਜੀ। ਸ਼ਮੀਰ ਚੌਧਰੀ ਸੀ ਇਹਨਾਂ ਇਲਾਕੇ ਦਾ ਪਿੰਡਾਂ ਦਾ। ਸ਼ਮੀਰ ਦੇ ਨਾਂ ਦੇ ਚਿੱਠੀ ਆਈ ਵੀ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਨੂੰ ਤੁਸੀਂ ਆਪਣੇ ਘਰ ਠਹਿਰਾਇਆ ਹੋਇਆ, ਮੌਤ ਸਹੇੜ ਲਈ ਤੁਸੀਂ। ਹੁਣ ਇੰਜ ਕਰੋ, ਜਾਂ ਤੇ ਗ੍ਰਿਫਤਾਰ ਕਰਾ ਦਿਓ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਇਨਾਮ ਪ੍ਰਾਪਤ ਕਰੋ, ਜਾਂ ਗੁਰੂ ਗੋਬਿੰਦ ਸਿੰਘ ਨੂੰ ਕਹੋ ਵੀ ਸਾਡੀ ਹਵੇਲੀ ਚੋਂ ਅੱਗੇ ਚਲੇ ਜਾਓ, ਇੱਥੋਂ ਨਿਕਲ ਜਾਓ, ਨਹੀਂ ਤਾਂ ਫਿਰ ਤਿਆਰ ਹੋ ਜਾਓ ਮਰਨ ਵਾਸਤੇ, ਤੁਹਾਡਾ ਘਾਣ ਬੱਚਾ ਪੀੜ ਦਿੱਤਾ ਜਾਏਗਾ। ਦੇਖੋ ਪੱਤਾ ਪੱਤਾ ਵੈਰੀ ਸੀ, ਕਿੰਨਾ ਖਤਰਨਾਕ ਸਮਾਂ। ਤੇ ਉਸ ਵੇਲੇ ਸ਼ਮੀਰ ਨੇ ਜਵਾਬੀ ਪੱਤਰ ਲਿਖਿਆ, ਕਹਿਣ ਲੱਗਾ ਜਿਸ ਤਰ੍ਹਾਂ ਤੁਹਾਡੇ ਧਰਮ ਦੇ ਵਡਕੇ ਨੇ ਪੀਰ ਪੈਗੰਬਰ ਹਨ, ਇਸੇ ਤਰ੍ਹਾਂ ਸਾਡੇ ਧਰਮ ਦੇ ਮੁਖੀ ਹਨ ਗੁਰੂ ਗੋਬਿੰਦ ਸਿੰਘ ਸਾਹਿਬ। ਔਰ ਇੱਕ ਹਵੇਲੀ ਤੱਕ ਹੀ ਲੱਖਾਂ ਹਵੇਲੀਆਂ ਉਹਨਾਂ ਦੇ ਚਰਨਾਂ ਤੋਂ ਸਦਕੇ। ਅਸੀਂ ਇਹ ਗੱਲ ਬਿਲਕੁਲ ਨਹੀਂ ਕਹਿ ਸਕਦੇ ਹਵੇਲੀ ਛੱਡ ਕੇ ਚਲੇ ਜਾਓ। ਗ੍ਰਿਫਤਾਰ ਕਰਾਉਣ ਵਾਲੀ ਗੱਲ ਤਾਂ ਭੁੱਲ ਜਾਏ ਤੇ ਕਦੇ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਜਿਹੜਾ ਇਹ ਕੰਮ ਕਰੇ। ਤੇ ਘਾਣ ਬੱਚਾ ਪੀੜਨ ਦੀ ਗੱਲ ਤੂੰ ਕੀਤੀ, ਚੜ ਕੇ ਆਵੇਂਗਾ ਤੇ ਅਸੀਂ ਤਿੰਨੇ ਭਰਾ ਪਹਿਲਾਂ ਅੱਗੇ ਹੋ ਕੇ ਮਰਾਂਗੇ, ਨਾਲ ਸਾਡੇ ਸਾਥੀ ਮਰਨਗੇ, ਫਿਰ ਗੁਰੂ ਗੋਬਿੰਦ ਸਿੰਘ ਨੂੰ ਜੰਗ ਲੜਨੀ ਪਵੇਗੀ, ਪਹਿਲਾਂ ਨਹੀਂ ਉਹਨਾਂ ਨੂੰ ਲੜਨੀ ਪਵੇਗੀ। ਅਸੀਂ ਤਿਆਰ ਹਾਂ ਲੜਨ ਵਾਸਤੇ, ਵੰਗਾਂ ਨਹੀਂ ਪਾਈਆਂ, ਆ ਜਾਈ ਚੜ ਕੇ। ਐਡਾ ਬੇਖੌਫ ਜਵਾਬ ਸ਼ਮੀਰ ਨੇ ਲਿਖਿਆ।
ਇਹਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਕਲਗੀਧਰ ਨੇ ਕਿਹਾ, ਭਾਈ ਸ਼ਮੀਰ ਕੁਝ ਮੰਗ, ਤੂੰ ਸੇਵਾ ਬੜੀ ਕੀਤੀ, ਅਸੀਂ ਬਹੁਤ ਹੀ ਪ੍ਰਸੰਨ ਹਾਂ ਤੇਰੇ ਤੇ। ਕਹਿਣ ਲੱਗਾ, ਸਤਿਗੁਰੂ ਜੀ ਪਹਿਲਾਂ ਨਹੀਂ ਸੀ ਮੈਨੂੰ ਪਤਾ ਵੀ ਕਿਹੋ ਜਿਹੀ ਦਾਤ ਮੰਗੀ ਦੀ ਆ, ਪਰ ਹੁਣ ਤੁਹਾਡੀ ਸੰਗਤ ਕਰਕੇ ਮੈਨੂੰ ਸਮਝ ਪੈ ਗਈ ਆ ਵੀ ਮੰਗਣ ਵਾਲੀ ਚੀਜ਼ ਕਿਹੜੀ। ਮਹਾਰਾਜ ਕਹਿੰਦੇ ਦੱਸ। ਕਹਿਣ ਲੱਗਾ, ਸਤਿਗੁਰੂ ਜੇ ਤੁੱਠੇ ਹੋ ਤੇ 84 ਲੱਖ ਜੂਨਾਂ ਦਾ ਗੀੜਾ ਕੱਢ ਦਿਓ, ਮੈਨੂੰ ਜੂਨਾਂ 'ਚ ਨਾ ਪੈਣਾ ਪੈ ਜਾਏ, ਮੁਕਤ ਕਰ ਦਿਓ। ਹਜ਼ੂਰ ਕਹਿਣ ਲੱਗੇ, ਭਾਈ ਸ਼ਮੀਰ ਤੇਰੇ ਪੂਰਬਲੇ ਜਨਮਾਂ ਦਾ ਹਿਸਾਬ ਕਿਤਾਬ ਬਹੁਤ ਪਿਆ, ਏਡੀ ਛੇਤੀ 84 ਦਾ ਗੇੜਾ ਨਹੀਂ ਕੱਟਿਆ ਜਾਣ ਲੱਗਾ। ਕਹਿਣ ਲੱਗਾ, ਫਿਰ ਹੋਰ ਮੈਂ ਨਹੀਂ ਕੁਝ ਮੰਗਣਾ। ਸਤਿਗੁਰੂ ਚੁੱਪ ਕਰ ਗਏ। ਕੁਝ ਦਿਨਾਂ ਬਾਅਦ ਫਿਰ ਕਹਿਣ ਲੱਗੇ, ਸ਼ਮੀਰ ਅਸੀਂ ਕੁਝ ਦੇਣਾ ਚਾਹੁੰਦੇ ਹਾਂ ਤੈਨੂੰ, ਕੁਝ ਮੰਗ, ਤੂੰ ਸੇਵਾ ਬੜੀ ਕੀਤੀ ਹੈ। ਕਹਿਣ ਲੱਗਾ, ਜੀ ਮੈਂ ਮੰਗਿਆ ਸੀ। ਹਜ਼ੂਰ ਫਿਰ ਚੁੱਪ ਕਰ ਗਏ। ਤੀਜੀ ਵਾਰੀ ਹਜ਼ੂਰ ਨੇ ਕਿਹਾ, ਸ਼ਮੀਰ ਅਸੀਂ ਤਿਆਰੀ ਕਰ ਲਈ ਅੱਗੇ ਜਾਣ ਦੀ ਤੇ ਕੁਝ ਮੰਗ ਲੈਣਾ ਸੀ। ਕਹਿਣ ਲੱਗਾ, ਸਤਿਗੁਰੂ ਤੁਹਾਡੇ ਘਰ ਘਾਟਾ ਕੋਈ ਨਹੀਂ, ਨਾਲੇ ਕਹਿੰਦੇ ਹੋ ਕੁਝ ਮੰਗ, ਜਦੋਂ ਦਾਸ ਮੰਗਦਾ ਆਇਆ ਤੇ ਫਿਰ ਚੁੱਪ ਕਰ ਜਾਂਦੇ, ਤੁਹਾਡੇ ਘਰ ਘਾਟਾ ਕੋਈ। ਹਜ਼ੂਰ ਕਹਿਣ ਲੱਗੇ, ਫਿਰ ਇੰਝ ਕਰ ਸ਼ਮੀਰ, ਇੱਕ ਅਜੇ ਬਚਨ ਨਹੀਂ ਤੂੰ ਸਾਡਾ ਮੰਨਿਆ, ਉਹ ਬਚਨ ਮੰਨ ਲਾ। 7 ਬਚਨ ਦੱਸੋ ਜੀ। ਹਜ਼ੂਰ ਕਹਿਣ ਲੱਗੇ, ਨਿਤ ਤੇਰੇ ਸਾਹਮਣੇ ਪ੍ਰਚਾਰ ਹੁੰਦਾ ਵੀ ਅੰਮ੍ਰਿਤ ਛਕੋ, ਅੰਮ੍ਰਿਤ ਛਕੋ, ਜਿਹੜਾ 50 ਪਿਆਰਿਆਂ ਦਾ ਅੰਮ੍ਰਿਤ ਛਕੇ ਉਹ ਸਾਡਾ ਸਿੱਖ ਸਾਨੂੰ ਪਾਉਂਦਾ, ਤੇ ਤੂੰ ਅੰਮ੍ਰਿਤ ਛਕਣ ਲਈ ਨਹੀਂ ਤਿਆਰ ਹੋਇਆ। ਕਹਿਣ ਲੱਗਾ, ਜੀ ਤਿਆਰ। ਫਿਰ ਉਸਨੇ ਅੰਮ੍ਰਿਤ ਪਾਨ ਕੀਤਾ ਪਰਿਵਾਰ ਸਮੇਤ। ਔਰ ਹਜ਼ੂਰ ਨੇ ਕਿਹਾ ਵੀ ਜਾ 84 ਦਾ ਗੇੜਾ ਕੱਟਿਆ ਗਿਆ। ਕੀ ਹੋਇਆ, ਰਾਤ ਘਰ ਗਿਆ ਤੇ ਉਹਨੂੰ ਸੁਪਨਾ ਆਉਣਾ ਸ਼ੁਰੂ ਹੋਇਆ। ਸੁਪਨੇ ਦੇ ਵਿੱਚ 150 ਜਨਮ ਧਾਰਿਆ ਨੇ, ਵਾਰੀ ਵਾਰੀ 150 ਜਨਮ ਇਤਿਹਾਸ ਬਿਆਨ ਕਰਦਾ। ਕਦੇ ਕੱਛੂ ਬਣਦਾ, ਕਦੇ ਡੱਡੂ ਬਣਦਾ, ਕਦੇ ਸੱਪ, ਕਦੇ ਕਿਰਲਾ, ਕਦੇ ਠੂਆਂ, ਕਦੇ ਕੀੜਾ। ਇਹ 150 ਜਨਮ ਲਿਆ। ਅਖੀਰਲਾ ਜਨਮ ਹੋਇਆ ਚੰਡਾਲਾਂ ਦੇ ਘਰ 'ਚ, ਜਾਮਾ ਮਨੁੱਖ ਦਾ, ਤੇ ਕਾਲ ਪੈ ਗਿਆ। ਅਸਲ ਵਿੱਚ ਹੁੰਦਾ ਦੁਕਾਲ। ਭੈੜਾ ਸਮਾਂ ਆ ਗਿਆ, ਮੀਂਹ ਨਹੀਂ, ਵਰਸ਼ਾ ਨਹੀਂ ਹੋਈ, ਤੇ ਇਸ ਕਰਕੇ ਧਨ ਧਾਮ ਫਸਲਾਂ ਨਹੀਂ ਹੋਈਆਂ। ਕਾਲ ਪੈ ਗਿਆ, ਆਪਣੇ ਪਰਿਵਾਰ ਨੂੰ ਲੈ ਕੇ ਬਾਹਰ ਉਜਾੜ ਚਲਾ ਗਿਆ। ਤੇ ਮਾਲਵੇ ਦੇ ਵਿੱਚ ਇੱਕ ਰੁੱਖ ਹੁੰਦੇ ਨੇ ਜਿਹਨਾਂ ਨੂੰ ਵਣ ਕਿਹਾ ਜਾਂਦਾ, ਉਹਨਾਂ ਨੂੰ ਵਣਾਂ ਨੂੰ ਜਿਹੜਾ ਫਲ ਲੱਗਦਾ ਉਹਨੂੰ ਕਹਿੰਦੇ ਪੀਲੂ। ਔਰ ਇਹ ਵਣ ਦੇ ਦਰਖਤ ਤੇ ਚੜ੍ਹ ਕੇ ਪੀਲੂ ਤੋੜ ਤੋੜ ਸੁੱਟਦਾ ਆਪਣੇ ਪਰਿਵਾਰ ਬੱਚਿਆਂ ਲਈ, ਤੇ ਆਪਣੇ ਵੀ ਮੂੰਹ 'ਚ ਪਾਉਂਦਾ ਕਦੇ ਕਦੇ। ਇਹਦੇ ਪੈਰਾਂ ਵਾਲੀ ਟਾਹਣੀ ਟੁੱਟ ਗਈ, ਹੱਥਾਂ ਵਾਲੀ ਕਮਜ਼ੋਰ ਸੀ, ਉਹ ਵੀ ਟੁੱਟ ਗਈ ਤੇ ਡਿੱਗ ਪਿਆ। ਜਦੋਂ ਡਿੱਗਿਆ ਤੇ ਇਹਨੇ ਚਿਰ ਨੂੰ ਜਾਗ ਖੁੱਲ ਗਈ। ਜਦੋਂ ਜਾਗ ਖੁੱਲੀ ਤੇ ਬਾਹਰ ਗਿਆ ਕਿਰਿਆ ਸੋਧਣ ਲਈ, ਦਾਤਣ ਕੀਤੀ ਤੇ ਦਾੜਾਂ 'ਚੋਂ ਪੀਲੂ ਦੇ ਬੀਜ ਨਿਕਲੇ। ਜਿਸ ਵਕਤ ਬੀਜ ਨਿਕਲੇ ਬੜਾ ਹੈਰਾਨ ਹੋਇਆ। ਹੈਰਾਨੀਜਨਕ ਅਵਸਥਾ ਵਿੱਚ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਪਹੁੰਚ ਕੇ ਇਸ਼ਨਾਨ ਨਿਤਨੇਮ ਕਰਕੇ, ਔਰ ਜਿਸ ਵਕਤ ਬੈਠਾ ਹੋਇਆ ਸੀ ਤੇ ਸਤਿਗੁਰੂ ਮਹਾਰਾਜ ਜਾਣਦੇ ਆ ਸਾਰਾ ਕੁਝ। ਹਜ਼ੂਰ ਨੇ ਉਠਾ ਲਿਆ ਭਾਈ ਸ਼ਮੀਰ ਸਿੰਘ ਨੂੰ। ਸ਼ਮੀਰ ਸਿੰਘਾ, ਤੂੰ ਅੰਮ੍ਰਿਤ ਪਾਨ ਕਰ ਲਿਆ ਸੀ, ਜੋ ਮੰਗਦਾ ਸੀ ਅਸੀਂ ਉਹ ਦਾਤ ਦੇ ਦਿੱਤੀ, ਹੁਣ ਚਿਹਰੇ ਦੇ ਉੱਤੇ ਹੈਰਾਨੀ ਕਿਉਂ ਆ? ਕੀ ਗੱਲ? ਕਿਉਂਕਿ ਦਾ ਫੇਸ ਇਜ਼ ਦਾ ਇੰਡੈਕਸ ਆਫ ਦਾ ਮਾਈਂਡ। ਚਿਹਰਾ ਮਨ ਦੀ ਸੂਚੀ ਹੋਇਆ ਕਰਦਾ। ਚਿਹਰੇ ਦੇ ਹਾਵ ਭਾਵ ਪੜ੍ਹ ਲੈਂਦੇ ਲੋਕ ਵੀ ਉਦਾਸ ਕੇ ਖੁਸ਼ ਆ। ਹੈਰਾਨੀਜਨਕ ਅਵਸਥਾ ਕੀ ਗੱਲ? ਕਹਿਣ ਲੱਗਾ, ਜੀ ਇਉਂ ਮੇਰੇ ਨੂੰ ਸੁਪਨਾ ਆਇਆ ਰਾਤ ਸੁੱਤਿਆ ਪਿਆ, ਪਰ ਜਦੋਂ ਜਾਗਿਆ ਤੇ ਉਹੀ ਪੀਲੂ ਦੇ ਬੀਜ ਦਾੜਾਂ 'ਚੋਂ ਨਿਕਲੇ ਜੋ ਕੁਝ ਸੁਪਨੇ 'ਚ ਵੇਖਿਆ। ਮੈਂ ਹੈਰਾਨ ਆ ਕਿ ਪ੍ਰਤੱਖ ਸੀ ਕਿ ਸੁਪਨਾ। ਹਜ਼ੂਰ ਕਹਿਣ ਲੱਗੇ, ਸੁਪਨਾ ਵੀ ਸੀ ਤੇ ਪ੍ਰਤੱਖ ਵੀ। ਕਹਿਣ ਲੱਗਾ, ਜੀ ਦੋਵੇਂ ਵਿਰੋਧੀ ਗੱਲਾਂ ਨੇ, ਮੇਰੀ ਬੁੱਧੀ ਤੋਂ ਪਰੇ ਹਨ, ਮੈਨੂੰ ਕਿਰਪਾ ਕਰਕੇ ਸਮਝਾਓ, ਖੁਲਾਸਾ ਕਰੋ। ਹਜ਼ੂਰ ਕਹਿਣ ਲੱਗੇ, ਜੋ ਕੁਝ ਸੁਪਨੇ 'ਚ ਤੇਰੇ ਨਾਲ ਵਾਪਰਿਆ ਇਹ ਪ੍ਰਤੱਖ ਰੂਪ 'ਚ ਤੇਰੇ ਨਾਲ ਵਾਪਰਨਾ ਸੀ। ਹਜ਼ਾਰਾਂ ਸਾਲ ਤੂੰ ਜਨਮਾਂ 'ਚ ਪੈਣਾ ਸੀ, ਟੇਢੀਆਂ ਮੇਢੀਆਂ ਜੂਨਾਂ 'ਚ ਹਜ਼ਾਰਾਂ ਸਾਲ ਲੰਘ ਜਾਣੇ ਸੀ, ਪਰ ਤੂੰ ਗੁਰੂ ਦਾ ਬਚਨ ਵੀ ਮੰਨਿਆ, ਗੁਰੂ ਦੀ ਸੇਵਾ ਕੀਤੀ ਬਹੁਤ ਵੱਡੀ ਭਾਵਨਾ ਨਾਲ, ਸਿਦਕ ਨਹੀਂ ਤੇਰਾ ਡੋਲਿਆ। ਇਸ ਕਰਕੇ ਤੇਰੀ ਭਾਵਨਾ ਨੂੰ ਤੇ ਬਚਨ ਮੰਨਣ ਨੂੰ ਫਲ ਲੱਗਾ। ਤੇਰਾ 150 ਜਨਮ ਅਸੀਂ ਸੁਪਨੇ 'ਚ ਲੰਘਾਤਾ ਸੁਖਾ, ਹੁਣ ਤੈਨੂੰ ਜਨਮ ਨਹੀਂ ਧਾਰਨੇ ਪੈਣਗੇ, ਮੁਕਤ ਹੋ ਗਿਆ ਮੁਕਤ। ਸਤਿਗੁਰੂ ਜੀ ਏਡੀਆਂ ਵੱਡੀਆਂ ਮਹਾਨ ਬਖਸ਼ਿਸ਼ਾਂ ਕਰਦੇ ਨੇ ਸਿੱਖ ਦੇ ਬਚਨ ਮੰਨਣ ਨਾਲ, ਜੇ ਸਿੱਖ ਗੁਰੂ ਦਾ ਬਚਨ ਮੰਨਦਾ ਤਾਂ। ਔਰ ਇਸੇ ਪ੍ਰਕਾਰ ਹਜ਼ੂਰ ਮਾਲਵੇ ਦੀ ਧਰਤੀ ਤੇ ਵਿਚਰ ਰਹੇ ਸੀ ਤੇ ਬਰਾੜਾਂ ਦੇ ਵਿੱਚੋਂ ਭਰਤੀ ਹੋਏ ਸਨ ਕਾਫੀ ਸਿੱਖ ਹਜ਼ੂਰ ਦੀ ਫੌਜ ਵਿੱਚ, ਤੇ ਉਹਨਾਂ ਨੇ ਤਨਖਾਹਾਂ ਮੰਗ ਲਈਆਂ। ਜਿਹੜਾ ਬਰਾੜਾ ਦਾ ਜਥੇਦਾਰ ਸੀ ਭਾਈ ਦਾਨਾ, ਉਹਨੂੰ ਹਜ਼ੂਰ ਕਹਿਣ ਲੱਗੇ, ਤੂੰ ਜਥੇਦਾਰਾਂ ਤੈਨੂੰ ਕਿਹੜੇ ਹਿਸਾਬ ਨਾਲ ਦਈਏ, ਦੱਸ ਕਿੰਨੀ ਦਿਹਾੜੀ? ਕਹਿਣ ਲੱਗਾ, ਜੀ ਤੁਸੀਂ ਪਹਿਲਾਂ ਬਚਨ ਕੀਤਾ ਸੀ ਵੀ ਸਿੱਖੀ ਕੇ ਤਨਖਾਹ, ਜੇ ਟੁੱਟੇ ਹੋ ਤਾਂ ਮੈਨੂੰ ਸਿੱਖੀ ਬਖਸ਼ੋ। ਮਹਾਰਾਜ ਜੀ ਧੰਨ ਧਾਮ ਮੇਰੇ ਘਰ ਬਹੁਤ ਕੁਝ ਹੈਗਾ, ਮੈਂ ਮਾਇਆ ਨਹੀਂ ਲੈਣੀ, ਮੈਨੂੰ ਸਿੱਖੀ ਬਖਸ਼ੋ। ਮਹਾਰਾਜ ਕਹਿਣ ਲੱਗੇ, ਫਿਰ ਸਿੱਖੀ ਇੰਜ ਨਹੀਂ ਬਖਸ਼ੀ ਜਾਂਦੀ, ਤੂੰ ਘਰੇ ਜਾ ਕੇ ਹੁੱਕਾ ਪੀਣਾ, ਸਾਡੇ ਸਾਹਮਣੇ ਨਹੀਂ ਪੀਂਦਾ, ਸਾਥੋਂ ਚੋਰੀ ਕਰਦਾ, ਇਸ ਤਰ੍ਹਾਂ ਹੁੱਕਾ ਪੀਣ ਵਾਲੇ ਨਹੀਂ ਅਸੀਂ ਆਪਣੇ ਸਿੱਖ ਬਣਾਉਣੇ। ਕਹਿਣ ਲੱਗਾ, ਜੀ ਮੈਂ ਨਾ ਪੀਆਂ ਤਾਂ ਅਫਰੇਵਾ ਹੋ ਜਾਂਦਾ। ਹਜ਼ੂਰ ਕਹਿਣ ਲੱਗੇ, ਸਾਡਾ ਬਚਨ ਰਿਹਾ ਅੱਜ ਤੋਂ ਬਾਅਦ ਅਫਰੇਗਾ ਨਹੀਂ,
7 ਵਜੇ ਦੀ ਹੁਕਾ ਛੱਡਿਆ। ਮਹਾਰਾਜ ਕਹਿਣਗੇ ਹੋਰ ਵੀ ਤੇਰੇ ਇੱਕ ਦੂਰਤ ਹੈ। ਕੀ ਮਹਾਰਾਜ? ਹਜ਼ੂਰ ਕਹਿੰਦੇ ਤੂੰ ਵਿੱਚੋਂ ਕੇਸ ਕੱਟੇ ਹੋਏ ਆ, ਦੁਆਲੇ ਦੁਆਲੇ ਰੱਖੇ ਹੋਏ ਨੇ ਤੇ ਕਿ ਆ ਵੀ ਨਾ ਇਹੋ ਜਿਹੇ ਦਬੜੂ ਕੁਸਰੂ ਖਾਲਸੇ ਨਹੀਂ ਅਸੀਂ ਬਣਾਉਣੇ, ਦਬੜੂ ਕੁਸਰੂ ਸਿੱਖ। ਇਹ ਕੇਸ ਵੀ ਕਾਇਮ ਰੱਖਣੇ ਪੈਣੇ ਨੇ। ਕਹਿਣ ਲੱਗਾ ਜੀ ਕੇਸਾਂ ਦੀ ਕੀ ਮਹਾਨਤਾ? ਹਜ਼ੂਰ ਨੇ ਕਿਹਾ ਸਿੱਖ ਗਲਤੀ ਕਰਕੇ ਨਰਕਾਂ 'ਚ ਵੀ ਡਿੱਗ ਪਵੇ ਤੇ ਕੇਸਾਂ ਤੋਂ ਫੜ ਕੇ ਕੱਢ ਲਵਾਂਗੇ। ਕੇਸ ਸਾਡੀ ਸਿੱਖੀ ਦੀ ਨਿਸ਼ਾਨੀ ਆ। ਕਹਿਣ ਲੱਗਾ ਜੀ ਦਾੜਾ ਬੜਾ ਲੰਮਾ, ਮੇਰਾ ਦਾੜਾ ਤੋਂ ਫੜ ਕੱਢ ਲਿਓ। ਹਜ਼ੂਰ ਬੜੇ ਹੱਸੇ। ਕਹਿਣ ਲੱਗੇ ਦਾੜੇ ਤੋਂ ਫੜ ਕੇ ਤਾਂ ਹੇਠਾਂ ਨੂੰ ਖਿੱਚਿਆ ਜਾਂਦਾ ਬੰਦਾ, ਉੱਪਰੋਂ ਕੱਢਣ ਵਾਸਤੇ ਉੱਪਰੋਂ ਦਾ ਕੇਸ ਚਾਹੀਦੇ ਆ। ਫਿਰ ਹਜ਼ੂਰ ਕਹਿਣ ਲੱਗੇ ਨੇਤਰ ਬੰਦ ਕਰ ਜਰਾ। ਬਾਬਾ ਦੀਪ ਸਿੰਘ ਦੀ ਕਲਮ ਨਾਲ ਲਿਖੇ ਹੋਏ ਵਚਨ ਨੇ ਕਿ ਹਜ਼ੂਰ ਨੇ ਵਿਖਾਇਆ ਪ੍ਰਲੋਕ, ਵਿਣ ਕੇਸਾਂ ਸਿਰ ਕੁੱਟੀਆਂ ਚੰਗਾਰੇ ਕੌਣ ਛਡਾਏ ਹੈ। ਜਦੋਂ ਕੁੱਟ ਪੈਂਦੀ ਪ੍ਰਲੋਕ 'ਚ ਗੁਰੂ ਤੋਂ ਬਗੈਰ ਕੌਣ ਸਹਾਈ ਹੋਏਗਾ, ਕੌਣ ਛਡਾਏਗਾ? ਜੇ ਗੁਰੂ ਦਾ ਵਚਨ ਨਹੀਂ ਮੰਨਿਆ ਕਿਸੇ ਨੇ ਸਹਾਇਤਾ ਨਹੀਂ ਕਰਨੀ। ਔਰ ਇਸੇ ਪ੍ਰਕਾਰ ਫਿਰ ਇਹਨੂੰ ਅੰਮ੍ਰਿਤ ਛਕਾਇਆ ਸੀ। ਦਾਨ ਸਿੰਘ ਨਾਮ ਪਿਆ ਤਾਂ ਹਜ਼ੂਰ ਨੇ ਕਿਹਾ ਸੀ ਮਾਝੇ ਦੀ ਸਿੱਖੀ ਰੱਖ ਲਈ ਸੀ ਮਹਾ ਸਿੰਘ ਨੇ, ਤੇ ਮਾਲਵੇ ਦੀ ਸਿੱਖੀ ਦਾਨ ਸਿੰਘਾ ਤੂੰ ਰੱਖ ਲਈ ਆ। ਜੇ ਤੂੰ ਨਾ ਸਿੱਖੀ ਧਾਰਨ ਕਰਦੋਂ ਤਾਂ ਸਿੱਖੀ ਗਈ ਸੀ, ਤਨਖਾਹਾਂ ਰਹਿ ਜਾਣੀਆਂ ਸੀ ਕੋਲ। ਇਸ ਪ੍ਰਕਾਰ ਬਖਸ਼ਿਸ਼ ਕੀਤੀ। ਫਿਰ ਸਤਿਗੁਰੂ ਲੱਖੀ ਡੰਗਲ ਜਿਹੜਾ ਸਥਾਨ ਹੈ ਇੱਥੇ ਬਿਰਾਜੇ ਹੋਏ ਸੀ ਤੇ ਨੇੜੇ ਪਿੰਡਾਂ ਦੇ ਬਾਹਰ ਇੱਕ ਤਕੀਆ ਸੀ ਮੁਸਲਮਾਨਾਂ ਦਾ। ਉੱਥੇ ਇੱਕ ਪੀਰ ਵਸਦਾ ਸੀ ਜਿਹਦਾ ਨਾਂ ਸੀ ਸ਼ੇਖ ਇਬਰਾਹੀਮ। ਉਹਨੂੰ ਬ੍ਰਹਮੀ ਫਕੀਰ ਜਾਂ ਬਹਿਮੀ ਫਕੀਰ ਲੋਕ ਕਹਿੰਦੇ ਸੀ। ਉਹਦੇ 15-16 ਪੱਕੇ ਮੁਰੀਦ ਮੁਸਲਮਾਨ ਉਹਦੇ ਨਾਲ ਰਹਿਣ ਵਾਲੇ ਤੇ ਨਗਰਾਂ ਤੋਂ ਆ ਕੇ ਲੋਕ ਚੜਾਵੇ ਪਿਟਾਵਾਂ ਚੜਾਉਣ ਵਾਲੇ ਉਹਦੇ ਅੱਗੇ ਬੜੀ ਮੰਨਤਾ ਸੀ ਉਹਦੀ। ਉਹ ਇੱਕ ਦਿਨ ਆ ਗਿਆ ਦਸਮ ਪਾਤਸ਼ਾਹ ਦੇ ਸਾਹਮਣੇ, ਨਮਸਕਾਰ ਕਰਕੇ ਹੱਥ ਜੋੜ ਕੇ ਖਲੋ ਗਿਆ ਤੇ ਰੋ ਪਿਆ। ਕਹਿਣ ਲੱਗਾ ਦਾਤਾ ਜੀ ਮੈਨੂੰ ਵੀ ਆਪਣਾ ਬਣਾਓਗੇ? ਸਤਿਗੁਰੂ ਕਹਿਣ ਲੱਗੇ ਵੇਖ ਲਾ ਬੜਾ ਔਖਾ ਕੰਮ ਹੈ ਸਾਡੇ ਬਣਨਾ, ਤੇ ਤੇਰੇ ਚੇਲੇ ਤੈਨੂੰ ਗਾਲਾਂ ਕੱਢਦੇ ਦੌੜ ਜਾਣਗੇ, ਮੱਥੇ ਨਹੀਂ ਟਿਕਣੇ ਸਾਡੇ ਕੋਲ ਰਹਿ ਕੇ, ਨਮਸਕਾਰਾਂ ਨਹੀਂ ਹੋਣੀਆਂ, ਚੜਾਵੇ ਨਹੀਂ ਚੜਨੇ, ਇਸ ਤਰ੍ਹਾਂ ਪੂਜਾ ਨਹੀਂ ਹੋਣੀ। ਕਹਿਣ ਲੱਗਾ ਦਾਤਾ ਜੀ ਮੈਂ ਘੁੰਡ ਕੱਢ ਕੇ ਨਹੀਂ ਤੁਹਾਡੇ ਦਰਬਾਰ 'ਚ ਆਇਆ, ਮੈਂ ਘੁੰਡ ਚੁੱਕ ਕੇ ਆਇਆ ਹਾਂ। ਮੈਨੂੰ ਹੁਣ ਕੋਈ ਲਾਲਸਾ ਨਹੀਂ ਰਹਿ ਗਈ। ਮੈਂ ਪੀਰ ਵੱਜਦਾ ਮੱਥੇ ਟਿਕਦੇ ਪਰ ਮੇਰੇ ਅੰਦਰ ਕੁਝ ਨਹੀਂ ਹੋ ਜੇ, ਮੈਂ ਖਾਲੀ ਹਾਂ। ਮੈਨੂੰ ਪਤਾ ਹੈ ਤੁਸੀਂ ਧੁਰ ਦਰਗਾਹ ਤੋਂ ਆਏ ਹੋ, ਤੁਹਾਡੇ ਦਰ ਤੇ ਬੜੀਆਂ ਬਖਸ਼ਿਸ਼ਾਂ ਦਾ ਮੀਂਹ ਵਰਦਾ, ਤੁਸੀਂ ਮੈਨੂੰ ਕਿਤੇ ਟਿਕਾਣੇ ਪਹੁੰਚਾ ਦਿਓਗੇ। ਇਸ ਕਰਕੇ ਮੈਂ ਘੁੰਡ ਕੱਢ ਕੇ ਨਹੀਂ ਆਇਆ, ਘੁੰਡ ਚੁੱਕ ਕੇ ਆਇਆ। ਹਜ਼ੂਰ ਕਹਿਣ ਲੱਗੇ ਅੰਮ੍ਰਿਤ ਛਕਣ ਲਈ ਤਿਆਰ ਹਾਂ? ਕਦੇ ਪੜੋ ਭਾਈ ਵੀਰ ਸਿੰਘ ਨੇ ਲਿਖਿਆ ਕਲਗੀਧਰ ਚਮਤਕਾਰ, ਉਹਦੇ 'ਚ ਵਚਨ ਲਿਖਿਆ ਹੋਇਆ। ਹਜ਼ੂਰ ਕਹਿਣ ਲੱਗੇ ਅੰਮ੍ਰਿਤ ਛਕਣ ਲਈ ਤਿਆਰ ਹੈ? ਕਹਿਣ ਲੱਗਾ ਦਾਤਾ ਜੀ ਕੀ ਕਹਿ ਰਹੇ ਹੋ? ਜੇ ਜ਼ਹਿਰ ਦਾ ਪਿਆਲਾ ਭਰਿਆ ਹੋਇਆ ਆਪਣੇ ਦਸਤੇ ਮੁਬਾਰਕ ਨਾਲ, ਆਪਣੇ ਹਸਤ ਕਮਲਾਂ ਨਾਲ ਮੈਨੂੰ ਦਿਓ ਤੇ ਫਕੀਰ ਗਟ ਗਟ ਕਰਕੇ ਪੀ ਜਾਏਗਾ ਜ਼ਹਿਰ ਨੂੰ ਅੰਮ੍ਰਿਤ ਜਾਣ ਕੇ, ਜਿਹਨੂੰ ਤੇਰੇ ਹੱਥ ਲੱਗੇ ਹੋਣ। ਮੁਸਲਮਾਨ ਧਰਮ ਦਾ ਬੰਦਾ ਜਿਹਨੇ ਤੁਹਾਡੇ ਗੁਰੂ ਦੀ ਪਛਾਣ ਕੀਤੀ ਹੋਏ ਗੱਲ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਦੇ ਹੱਥ ਲੱਗੇ ਹੋਣ ਜ਼ਹਿਰ ਦੇ ਪਿਆਲੇ ਨੂੰ ਤੇ ਮੈਂ ਅੰਮ੍ਰਿਤ ਜਾਣ ਕੇ ਪੀਆਂਗਾ। ਦਾਤਾ ਬਖਸ਼ੋ ਜੋ ਬਖਸ਼ਣਾ ਬਖਸ਼। ਸਤਿਗੁਰੂ ਜੀ ਕਹਿਣ ਲੱਗੇ ਨਹੀਂ, ਇਸ ਦਰ ਤੇ ਮੌਤ ਨਹੀਂ ਵੰਡੀ ਜਾਂਦੀ, ਇੱਥੇ ਜੀਵਨ ਦਾਨ ਹੁੰਦਾ ਹੈ। ਭਾਈ ਦਇਆ ਸਿੰਘ ਜੀ ਉਠੋ ਕਰੋ ਤਿਆਰਾ, ਅਧਿਕਾਰੀ ਅਬਲਾਖੀ ਹੈ, ਅੰਮ੍ਰਿਤ ਛਕਾਇਆ ਜਾਏ। ਔਰ ਉਸ ਨੂੰ ਅੰਮ੍ਰਿਤ ਪਾਨ ਕਰਾਇਆ ਗਿਆ ਤੇ ਅਜਮੇਰ ਸਿੰਘ ਨਾਮ ਰੱਖਿਆ ਸੀ ਪੰਜਾਂ ਪਿਆਰਿਆਂ ਨੇ। ਤਾਂ ਉਸ ਵੇਲੇ ਗੁਰੂ ਕੇ ਪਿਆਰਿਓ ਸਮਾਪਤੀ ਹੈ ਸਿਰਫ 1 ਮਿੰਟ। ਔਰ ਗੁਰੂ ਕੇ ਪਿਆਰਿਓ ਕਿਹਾ ਸੀ ਅਜਮੇਰ ਸਿੰਘ ਦਾ ਨਾਮ, ਉਹਦੇ ਅੱਧੇ ਚੇਲੇ ਅੰਮ੍ਰਿਤ ਛਕ ਲਿਆ ਸੀ, ਅੱਧੇ ਦੌੜ ਕੇ ਨੂੰ ਗਾਲਾਂ ਕੱਢਦੇ। ਔਰ ਉਹਦਾ ਨਾਮ ਪੰਥ ਵਿੱਚ ਪ੍ਰਸਿੱਧ ਕੀਤਾ ਸਿੰਘਾਂ ਨੇ ਭਾਈ ਮਹਿਮਾ ਸਿੰਘ, ਕਿਉਂਕਿ ਸ਼ਾਇਰ ਬੰਦਾ ਸੀ। ਝੰਡਾਬੰਦੀ ਸ਼ੇਰਾਂ ਵਿੱਚ ਗੁਰੂ ਗੋਬਿੰਦ ਸਿੰਘ ਦੀ ਸਿਫਤ ਗਾਇਆ ਕਰਦਾ ਸਾਹਮਣੇ ਖਲੋ ਕੇ। ਸਾਰੀ ਉਮਰ ਦਸਮ ਪਾਤਸ਼ਾਹ ਨਾਲ ਹਜ਼ੂਰ ਸਾਹਿਬ ਤੱਕ ਗਿਆ, ਬਾਅਦ 'ਚ ਸਿੱਖੀ ਵੀ ਕਮਾਈ ਉਸਨੇ ਸਾਰੀ ਜ਼ਿੰਦਗੀ। ਇਸ ਤਰ੍ਹਾਂ ਜਿਹਨੇ ਗੁਰੂ ਦੀ ਪਛਾਣ ਕੀਤੀ ਉਹਦੀ ਇਹ ਭਾਵਨਾ ਹੈ। ਇਸ ਕਰਕੇ ਸਿੱਖਾਂ ਦੇ ਘਰ ਜੰਮੇ ਬੱਚੇ ਬੱਚੀਆਂ ਨੂੰ 1 ਸਕਿੰਟ ਨਹੀਂ ਲਾਉਣਾ ਚਾਹੀਦਾ ਗੁਰੂ ਦਾ ਖੰਡੇ ਵੜਦਾ ਅੰਮ੍ਰਿਤ ਛਕਣ ਵਾਸਤੇ। ਇਹ ਵਿਸਾਖੀਆਂ ਮਨਾਈਆਂ, ਨਗਰ ਕੀਰਤਨ ਕੱਢੇ ਸਫਲੇ ਤਾਂ ਹੀ ਹਨ ਜੇ ਗੁਰੂ ਦਾ ਕੋਈ ਬਚਨ ਮੰਨਾਂਗੇ। ਸ਼ਰਾਬ ਛੱਡਾਂਗੇ, ਕੇਸ ਦਾੜਾਂ ਦੀ ਬੇਅਦਬੀ ਕਰਨੋਂ ਹਟਾਂਗੇ, ਅੰਮ੍ਰਿਤ ਪਾਨ ਕਰਨ ਲਈ ਤਿਆਰ ਹੋਵਾਂਗੇ। ਗੁਰੂ ਦੀ ਸਿੱਖੀ ਨਹੀਂ ਅਸੀਂ ਧਾਰਨ ਕਰਦੇ ਕਿ ਹੋਰ ਮੁਸਲਮਾਨਾਂ ਜਾ ਕੇ ਪ੍ਰਚਾਰ ਕਰੀਏ ਅੰਮ੍ਰਿਤ ਦਾ ਜਾਂ ਹਿੰਦੂਆਂ ਜਾ ਕੇ ਪ੍ਰਚਾਰ ਕਰੀਏ, ਕਿਹਨੂੰ ਜਾ ਕੇ ਸਮਝਾਈਏ? ਜੇ ਆਪਾਂ ਸਾਰੇ ਗੁਰੂ ਦੇ ਸਿੱਖ ਅੰਮ੍ਰਿਤਧਾਰੀ ਬਣ ਜਾਵਾਂਗੇ ਫਿਰ ਦੂਜਿਆਂ ਨੂੰ ਸਮਝਾਉਣ ਦੀ ਵਾਰੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾਲਤਾ ਕਰਨ। ਪ੍ਰਥਮ ਰਹਿਤ ਜਾਨ ਖੰਡੇ ਕੀ ਪਹੁਲ ਛਕੇ, ਇਸ ਰਹਿਤ ਨੂੰ ਧਾਰਨ ਕਰੀਏ, ਗੁਰੂ ਦੇ ਖਾਲਸੇ ਦੇ ਸਕੂਲ ਵਿੱਚ ਦਾਖਲਾ ਲਈਏ ਤੇ ਉਸ ਤੋਂ ਬਾਅਦ ਕਰੀਏ ਕਮਾਈ। ਫਿਰ ਜਿਹੜਾ ਜਾਗਤ ਜੋਤ ਜਪੈ ਨੇ ਸਬਾਸਰੇ ਹੋ ਜੀ ਖਾਲਸੇ ਵਾਲੀ ਪਰਿਭਾਸ਼ਾ ਸਾਡੇ ਤੇ ਲਾਗੂ ਹੋਵੇ, ਹੋ ਜੇ ਖਾਲਸੇ ਬਣਨ ਦਾ ਯਤਨ ਕਰੀਏ। ਹੋਈਆਂ ਗਲਤੀਆਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਿਆਰੀ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।